श्री नानक पद पंकज वंदन पंकज सिमरो अंगद दोख ने अमरदास गोर हृदय नित त्याओ हृदय नित श्री गुरु रामदास गुण श्री अर्जन विघ्नन के नासक विघ्नन के नासक हर गोविंद सोव सुमत पर श्री हर राय नामो कार जोरी नामो कार जोरी श्री हर कृष्ण मनाए बोरी एक बहादुर परम कृपाला जी परम कृपाला श्री गुरु गोविंद सिंह विशाला तरों तरा पर पुन पुन सीसा जी पुन पुन सीसा वंदों बार बार जगदीसा जिसमें अमृत ज्ञान है माणक भगत वैराग श्री गुरु ग्रंथ साहिब उदद बंदों करे अनुराग कंकर सतगुरु ते प्रसाद सच वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए। चौपाई नगर नदेड़ वैर की थाई उतरे सतगुर सो अपनाई आहे पुरातन भूम हमारी अपर माल की सकल बिदारी। वाहिगुरु जी का खालसा वाहिगुरु जी की फतेह। जुग जुग अटल शब्द गुरु बाणी के बोहित चवर तखत दे मालक दसां पातशाहियां जी के आत्मक जोत स्वरूप साहिब श्री गुरु ग्रंथ साहिब जी दे हजूर सुभाएमान गुरु प्यारे गुरु सवारे खालसा सतसंग जनों ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ।
ਔਰ ਸਮਾਂ ਬਣਿਆ ਹੈ ਗੁਰ ਇਤਿਹਾਸ ਦੀ ਕਥਾ ਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਖਣ ਦਿਸ਼ਾ ਵੱਲ ਜਾ ਰਹੇ ਹਨ। ਰਸਤੇ ਵਿੱਚ ਸੰਗਤਾਂ ਦਾ ਪ੍ਰੇਮ, ਗੁਰਮੁਖ ਪਿਆਰੇ ਮਿਲਦੇ ਨੇ ਤੇ ਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ। ਨਗਰ ਦਾ ਨਾਮ ਬੁਰਹਾਨਪੁਰ ਹੈ, ਜਿੱਥੇ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਰਨ ਪਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਹੁੰਚੇ। ਅੱਜ ਉਸੇ ਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ ਹੋਏ ਨੇ, ਜਿੱਥੇ ਸੰਗਤਾਂ ਦਾ ਚਾਅ ਹੈ, ਉਤਸ਼ਾਹ ਹੈ। ਉੱਥੇ ਉਹਨਾਂ ਦੇ ਵਿੱਚ ਗੁਰਮੁਖ ਸਾਧੂ ਨੇ ਭਾਈ ਜੀਵਨ ਦਾਸ, ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਗੀ ਹੈ। ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਵੀ ਦਰਸ਼ਨ ਕਰਨ ਵਾਸਤੇ ਪਹੁੰਚੇ। ਸਾਰੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ, ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਉਹਨਾਂ ਦੀਆਂ ਹੋਈਆਂ। ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 10ਵੇਂ ਪਾਤਸ਼ਾਹ ਬਾਰੇ ਦੱਸਿਆ, ਇਹਨੇ ਵੀ ਭੰਡਾਰਾ ਕੀਤਾ। ਦੂਸਰਾ ਜੈਤ ਸਾਧੂ ਆ ਕੇ ਇਸ ਨੂੰ ਮਿਲ ਜਾਂਦਾ ਹੈ, ਉਹ ਵੀ ਅਧਿਆਤਮਕ ਦੀਆਂ ਗੱਲਾਂ ਕਰਕੇ ਲਾਹਾ ਲੈਂਦੇ ਨੇ। ਅਗਲਾ ਨਗਰ ਬਾਸਮਤੀ ਹੈ। ਇੱਥੇ ਪਹੁੰਚੇ ਸਤਿਗੁਰੂ ਜੀ। ਉਧਰ ਬਹਾਦਰ ਸ਼ਾਹ ਧੰਨਵਾਦ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਿ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਜਿਹੜਾ ਹੈਦਰਾਬਾਦ ਦਾ ਨਿਜ਼ਾਮ ਮੇਰੇ ਬਾਪੂ ਕੋਲੋਂ ਵੀ ਨਹੀਂ ਮੰਨਿਆ, ਔਰੰਗਜ਼ੇਬ ਤੋਂ, ਤੁਹਾਡੀ ਕਿਰਪਾ ਨਾਲ ਉਹ ਵੀ ਨਿਭ ਗਿਆ ਹੈ। ਸਤਿਗੁਰਾਂ ਜੀ ਦਾ ਸ਼ੁਕਰਾਨਾ ਕਰਦਾ ਹੈ ਤੇ ਨਾਲੇ ਮਿਲਣ ਦੀ ਤਾਂਘ ਕਰਦਾ ਹੈ। ਪਾਤਸ਼ਾਹ ਜੀ ਨਾਂਦੇੜ ਦੀ ਧਰਤੀ ਤੇ ਪਹੁੰਚੇ ਨੇ, ਆਪਣੇ ਪਿਆਰਿਆਂ ਨੂੰ ਪਿਆਰ ਬਖਸ਼ਦੇ ਹੋਏ। ਇੱਥੋਂ ਕਥਾ ਦੀ ਆਰੰਭਤਾ ਹੁੰਦੀ ਆ ਔਰ ਰਸਨਾ ਤੇ ਮੁਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਨਗਰ ਨਦੇੜ ਵੈਰ ਕੀ ਥਾਈ। ਨਾਂਦੇੜ ਨਗਰ ਹੈ, ਇਸ ਤੋਂ ਬਾਹਰ ਹੀ ਸਤਿਗੁਰਾਂ ਜੀ ਨੇ ਇੱਕ ਥਾਂ ਤੇ ਉਤਰੇ ਸਤਿਗੁਰ ਸੋ ਅਪਨਾਈ। ਗੁਰੂ ਪਾਤਸ਼ਾਹ ਜੀ ਆਪਣੇ ਘੋੜੇ ਤੋਂ ਉਤਰਦੇ ਨੇ ਤੇ ਦੱਸਦੇ ਨੇ, ਭਾਈ ਇਹ ਜਿਹੜਾ ਸਥਾਨ ਹੈ, ਧਰਤੀ ਹੈ, ਆਏ ਪੁਰਾਤਨ ਭੂਮ ਹਮਾਰੀ। ਦਾ ਸੰਬੰਧ ਪੁਰਾਤਨ ਹੈ, ਇਹ ਸਾਡੀ ਹੈ। ਅਪਰ ਮਾਲਕੀ ਸਕਲ ਬਿਦਾਰੀ। ਹੁਣ ਅਸੀਂ ਆ ਗਏ ਹਾਂ ਤੇ ਹੁਣ ਸਭ ਦੀ ਮਾਲਕੀ ਇਥੋਂ ਖਤਮ ਹੋ ਗਏ। ਹੋਤੋ ਮੁਗਲਪੁਰ ਮੈਂ ਸੋ ਬਸੇ। ਜਿਹੜੇ ਇਸ ਨਗਰ ਦੇ ਵਿੱਚ ਮੁਗਲ ਵਸਦੇ ਹਨ, ਥਲ ਪੁਸ਼ਤੈਨੀ ਤਿਸ ਕੋ ਲਸੇ। ਕਹਿੰਦੇ ਵੀ ਅਸੀਂ ਕਈ ਪੁਸਤਾਂ ਤੋਂ ਇਸੇ ਜ਼ਮੀਨ ਤੇ ਖੇਤੀ ਕਰਦੇ ਆ ਰਹੇ ਆ। ਸੁਨ ਗੁਰ ਡੇਰੇ ਕੋ ਕੀਏ ਝਗੜਾ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਤਿਗੁਰਾਂ ਜੀ ਨੇ ਇੱਥੇ ਡੇਰਾ ਕਰ ਲਿਆ ਤੇ ਆ ਕੇ ਝਗੜਾ ਕਰਨ ਲੱਗੇ, ਤੁਸੀਂ ਇੱਥੇ ਕਿਵੇਂ ਬੈਠੇ ਹੋ, ਇਹ ਤਾਂ ਜ਼ਮੀਨ ਸਾਡੀ ਹੈ। ਝਗੜਾ ਕਰਨ ਲੱਗ ਜਾਂਦੇ ਹਨ ਗੁਰੂ ਜੀ ਦੇ ਨਾਲ। ਇਸ ਕੋ ਜਾਣਤ ਹੈ ਪੁਰ ਸਗਰਾ। ਕਹਿੰਦੇ ਵੀ ਇਹ ਸਾਡੀ ਹੈ, ਸਾਰੇ ਨਗਰ ਨੂੰ ਇਕੱਠੇ ਕਰਕੇ ਪੁੱਛ ਲਓ, ਗੁਆਂਢੀ ਪਿੰਡਾਂ ਨੂੰ ਪੁੱਛ ਲਓ, ਇਹ ਮਾਲਕੀ ਸਾਡੀ ਹੈ। ਅਬ ਜੇ ਬਲ ਕਰ ਲੈ ਹੈ ਛੀਨ। ਸਾਨੂੰ ਪਤਾ ਹੈ ਵੀ ਤੁਹਾਡੀ ਬਹਾਦਰ ਸ਼ਾਹ ਦੇ ਨਾਲ ਬਣਦੀ ਹੈ, ਰਾਜਨੀਤਿਕ ਤਾਕਤ ਤੁਹਾਡੇ ਕੋਲ ਹੈਗੀ ਤੇ ਤੁਸੀਂ ਧੱਕਾ ਕਰਕੇ ਦੱਬ ਵੀ ਲੈਂਦੇ ਹੋ,
ਖੋ ਸਕਦੇ ਹੋ ਸਾਡੇ ਕੋਲੋਂ। ਸੁਤ ਪੋਤੇ ਆਪਣੀ ਲੈ ਚੀਨ। ਪੜੋ ਜੀ ਦੁਬਾਰੇ। ਸੁਤ ਪੋਤੇ ਆਪਣੀ ਲੈ ਚੀਨ। ਕਹਿਣ ਲੱਗੇ ਵੀ ਤੁਸੀਂ ਅੱਜ ਕਬਜ਼ਾ ਕਰ ਲੈਨੇ ਹੋ ਤਾਂ ਫਿਰ ਸਾਡੇ ਪੁੱਤਰ ਜਾਂ ਸਾਡੇ ਪੋਤਰੇ ਉਹ ਖੋ ਲੈਣਗੇ। ਹੁਣ ਤਾਂ ਤੁਸੀਂ ਰੱਖ ਸਕਦੇ ਹੋ ਜ਼ੋਰ ਹੈ, ਪਰ ਅਗਲੇ ਖੋ ਲੈਣਗੇ ਆਪੇ। ਇਤਿਆਦਿਕ ਝਗੜਾ ਬੋ ਕਹਿਓ। ਇਸ ਤਰ੍ਹਾਂ ਸਿੱਖਾਂ ਦੇ ਕੋਲ ਆਉਂਦੇ ਤੇ ਆਪਣੇ ਆਪਣੇ ਵਿਚਾਰ ਦੱਸ ਕੇ ਚਲੇ ਜਾਂਦੇ। ਇਤਨੀ ਤਾਂ ਕਿਸੇ ਦੀ ਜ਼ਰੂਰਤ ਹੈ ਨਹੀਂ ਵੀ ਜਿਹੜਾ ਸਤਿਗੁਰਾਂ ਜੀ ਦੇ ਨਾਲ ਆ ਕੇ ਗੱਲ ਕਰ ਲੇ। ਗੱਲ ਸਿੱਖਾਂ ਨਾਲ ਹੀ ਹੁੰਦੀ। ਤਾਂ ਆਉਂਦੇ ਨੇ, ਗੱਲਬਾਤ ਕਰਕੇ ਝਗੜੇ ਦੀ ਚਲੇ ਜਾਂਦੇ ਹਨ। ਸ਼ਾਹ ਬਹਾਦਰ ਲੱਗ ਚੱਲ ਗਇਓ। ਫਿਰ ਇਹਨਾਂ ਨੇ ਬਹਾਦਰ ਸ਼ਾਹ ਦੇ ਕੋਲ ਸ਼ਿਕਾਇਤ ਕਰਤੀ ਕਿ ਆ ਗੁਰੂ ਜੀ ਨੂੰ ਤੁਸੀਂ ਆਪਣਾ ਪੀਰ ਮੰਨਦੇ ਹੋ ਨਾ, ਆਹ ਦੇਖ ਲਓ ਗੁਰੂ ਨੇ ਸਾਡੇ ਨਾਲ ਕੀ ਕੀਤਾ ਹੈ। ਬਹਾਦਰ ਸ਼ਾਹ ਦੇ ਕੋਲ ਸ਼ਿਕਾਇਤ ਕਰ ਦਿੱਤੀ। ਸ਼੍ਰੀ ਪ੍ਰਭ ਕਹੇ ਹਮਰੋ ਇਸ ਥਾਨ। ਸਾਡਾ ਆਪਣਾ ਸਥਾਨ ਹੈ, ਸਾਡੀ ਜ਼ਮੀਨ ਹੈ ਇਹ, ਤੇ ਗੁਰੂ ਜੀ ਦਾਵਾ ਕਰਦੇ ਵੀ ਨਹੀਂ ਸਾਡੀ ਹੈ। ਇਸ ਕੋ ਮਾਲਕ ਆਏ ਨਾ ਆਨ। ਐਵੇਂ ਕਿਵੇਂ ਇਹਦਾ ਕੋਈ ਹੋਰ ਮਾਲਕ ਬਣ ਜਾਏਗਾ ਸਾਡੇ ਤੋਂ ਬਿਨਾ। ਮੁਗਲ ਪਨੇ ਪੁਸ਼ਤੈਨੀ ਮੇਰਾ। ਤੇ ਅਸੀਂ ਮੁਗਲਾਂ ਤੇ ਪੁਸ਼ਤੈਨੀ, ਸਾਡੇ ਕੋਲ ਗੋਦਾਵਰੀ ਪਈ ਹੈ ਦੇ। ਨਹੀਂ ਦੁਰਿਓ ਪੁਰ ਲਖੇ ਬਡੇਰਾ। ਸਾਰੇ ਪਿੰਡ ਨੂੰ ਇਹਦੇ ਬਾਰੇ ਪਤਾ ਹੈ, ਆਲੇ ਦੁਆਲੇ ਗੁਆਂਢੀ ਪਿੰਡਾਂ ਨੂੰ ਪਤਾ ਹੈ ਬਈ ਜ਼ਮੀਨ ਸਾਡੀ ਹੈ, ਇਹ ਅਸੀਂ ਵਾਹੁੰਦੇ ਆ। ਸੰਸੇ ਭਇਓ ਸ਼ਾਹ ਕੋ ਆਏ। ਬਹਾਦਰ ਸ਼ਾਹ ਦੇ ਕੋਲ ਜਦੋਂ ਇਹ ਸ਼ਿਕਾਇਤ ਗਈ ਉਹਨੂੰ ਸ਼ੰਕਾ ਹੋ ਗਿਆ ਕਿ ਆਹ ਗੱਲ ਤਾਂ ਹੋ ਹੀ ਨਹੀਂ ਸਕਦੀ। ਜਿਸ ਗੁਰੂ ਨਾਨਕ ਦੇ ਘਰੋਂ ਉਪਦੇਸ਼ ਹੈ ਵੀ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਕਾਏ। ਇਹ ਕਿਵੇਂ ਹੋ ਸਕਦਾ ਵੀ ਗੁਰੂ ਕਿਸੇ ਦੀ ਜ਼ਮੀਨ ਦੱਬ ਲਵੇ? ਹੋ ਨਹੀਂ ਸਕਦਾ ਇਸ ਤਰ੍ਹਾਂ। ਗੁਰੂ ਨੇ ਆਪਣਾ ਆਨੰਦਪੁਰ ਸਾਹਿਬ ਨਹੀਂ ਰੱਖਿਆ, ਆਪਣਾ ਪਰਿਵਾਰ ਨਹੀਂ ਰੱਖਿਆ, ਤੇ ਤੁਹਾਡੀ ਜ਼ਮੀਨ ਦੱਬਣ ਆ ਗਿਆ ਗੁਰੂ ਇੱਥੇ। ਬਹੁਤ ਛੋਟੀ ਸੋਚ ਦੇ ਮਾਲਕ। ਜੇ ਸੋਚ ਮਹਾਨ ਹੁੰਦੀ ਨਾ, ਖੁਸ਼ ਹੁੰਦੇ ਵੀ ਪਾਤਸ਼ਾਹ ਜੀ ਕਿਰਪਾ ਕਰੋ ਤਾਂ ਭਾਗ ਲਾਓ ਇਸ ਧਰਤੀ ਨੂੰ, ਕਿਰਪਾ ਕਰੋ, ਸਾਡੀ ਹੋਈ ਤੁਹਾਡੀ ਹੋਈ। ਪਰ ਨਹੀਂ, ਬਾਦਸ਼ਾਹ ਦੇ ਕੋਲ ਪਹੁੰਚ ਗਏ। ਬਾਦਸ਼ਾਹ ਨੂੰ ਸ਼ੰਕਾ ਹੋਇਆ ਇਹ ਸ਼ਿਕਾਇਤ ਕੈਸੀ ਹੈ, ਇਹ ਝੂਠੀ ਹੈ ਸ਼ਿਕਾਇਤ, ਇਹ ਹੋ ਹੀ ਨਹੀਂ ਸਕਦਾ। ਮਨ ਚ ਸ਼ੰਕਾ ਹੋ ਗਿਆ। ਸ਼੍ਰੀ ਗੁਰ ਕੂਰ ਨ ਕਹੀਂ ਕਦਾਏ। ਕਹਿੰਦੇ ਜਿਸ ਗੁਰੂ ਨੇ ਉਪਦੇਸ਼ ਦਿੱਤਾ ਆਪਣੇ ਸਿੱਖਾਂ ਨੂੰ ਵੀ ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਜਿਸ ਗੁਰੂ ਦੇ ਸਿੱਖ ਨਹੀਂ ਝੂਠ ਬੋਲਦੇ ਤੇ ਉਹ ਗੁਰੂ ਝੂਠ ਬੋਲਦਾ। ਐਸੀਆਂ ਗੱਲਾਂ ਨੇ, ਇਹ ਅਣਹੋਣੀਆਂ ਗੱਲਾਂ ਨੇ। ਇਹ ਗੱਲਾਂ ਸੋਚਣ ਦੇ ਨਾਲ ਵੀ ਪਾਪ ਲੱਗਦਾ ਹੈ, ਕਰਨ ਦੇ ਨਾਲ ਤਾਂ ਲੱਗਣਾ ਹੀ ਲੱਗਣਾ। ਜੇ ਸੋਚੇਗਾ ਵੀ ਕੋਈ ਤਾਂ ਉਹਦਾ ਹੀ ਪਾਪ ਲੱਗਣਾ। ਇਹ ਕੀ ਕਹੀ ਜਾਂਦੇ ਹਨ ਗੁਰੂ ਜੀ ਬਾਰੇ? ਚਿਰੰਕਾਲ ਕੋ ਆਏ ਹਮਾਰੋ। ਕਿ ਸਾਡੇ ਕੋਲ ਵੀ ਸਤਿਗੁਰੂ ਜੀ ਕਦੋਂ ਦੇ ਆਏ ਹੋਏ ਹਨ। ਨਗਰ ਸ਼ਹਾਦੀ ਮੁਗਲ ਉਚਾਰੋ। ਹੁਣ ਇਹ ਕਹਿੰਦੇ ਵੀ ਅਸੀਂ ਗਵਾਹੀ ਦਿੰਨੇ ਇਸ ਗੱਲ ਦੀ, ਇਕੱਠੇ ਕਰ ਲੋ ਸਾਰੇ ਪਿੰਡ ਨੂੰ ਲਾਗੇ ਨੂੰ। ਸ਼੍ਰੀ ਗੁਰ ਸੋ ਕੈ ਬਿਨੇ ਪਠਾਈ। ਬਹਾਦਰ ਸ਼ਾਹ ਨੇ ਉਹ ਦਰਖਾਸਤ ਤਾਂ ਪਹਾੜਤੀ। ਕਹਿੰਦਾ ਵੀ ਮੈਂ ਇਹ ਦੇਖਣੀ ਨਹੀਂ, ਇਹ ਨਹੀਂ ਸੁਣਨੀ ਮੈਂ ਜੋ ਤੁਸੀਂ ਗੁਰੂ ਦੇ ਖਿਲਾਫ ਲਿਖਿਆ। ਬਾਕੀ ਮਸਲਾ ਤੁਹਾਡਾ ਹੱਲ ਸਤਿਗੁਰੂ ਜੀ ਆਪ ਹੀ ਕਰਨਗੇ, ਮੈਂ ਕੁਝ ਨਹੀਂ ਕਰ ਸਕਦਾ। ਗੁਰੂ ਪਾਤਸ਼ਾਹ ਜੀ ਨੂੰ ਉਸਨੇ ਫਿਰ ਬੇਨਤੀ ਲਿਖੀ। ਸਭ ਰਾਵਰ ਕੀ ਜੇਤਕ
ਥਾਈ। ਕਹੇ ਮਹਾਰਾਜ ਵੀ ਦੇਖੋ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਸਾਰੀ ਥਾਂ ਹੀ ਤੁਹਾਡੀ ਹੈ, ਤੁਸੀਂ ਖੁਦਾ ਹੋ, ਮਾਲਕੋਂ ਸਾਰੀ ਧਰਤੀ ਦੇ। ਜੇ ਇਸ ਕੀ ਅਭਿਲਾਖਾ ਧਰੋ। ਮਹਾਰਾਜ ਜੇ ਤੁਸੀਂ ਇੱਥੇ ਹੁਣ ਰਹਿਣ ਦਾ ਆਪਣਾ ਮਨ ਬਣਾਇਆ ਹੈ, ਕੋ ਇੱਕ ਪਤਾ ਦਿਖਾਵਨ ਕਰੋ। ਤੇ ਪਾਤਸ਼ਾਹ ਵੀ ਐਂ ਕਰੋ, ਇਹ ਸਬੂਤ ਮੰਗਦੇ ਨੇ। ਬਹਾਦਰ ਸ਼ਾਹ ਧਰਤੀ ਆਪ ਵੀ ਖਰੀਦ ਕੇ ਦੇ ਸਕਦਾ ਹੈ, ਪਰ ਫੇਰ ਕਹਿਣਾ ਵੀ ਧੱਕੇ ਨਾਲ ਕੋਈ ਹੈ ਜੀ। ਸਬੂਤਾਂ ਦੇ ਆਧਾਰ ਤੇ ਕੰਮ ਠੀਕ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਚੈਲੰਜ ਨਾ ਕਰੇ। ਕਹਿਣ ਲੱਗੇ ਵੀ ਪਾਤਸ਼ਾਹ ਵੀ ਕੋਈ ਗੱਲ ਨਹੀਂ, ਧਰਤੀ ਸਾਰੀ ਉਹ ਤੁਹਾਡੀ ਹੈ, ਪਰ ਫੇਰ ਵੀ ਦਾ ਸ਼ੰਕਾ ਮਿਟਾਉਣ ਦੇ ਲਈ ਜਿਵੇਂ ਇਹ ਕਹਿੰਦਾ ਹੈ ਉਸ ਤਰ੍ਹਾਂ ਕਰ ਦਿਓ, ਕਿਰਪਾ ਦੇ ਦਿਓ ਸਬੂਤ। ਓਏ ਆਪ ਕੀ ਤੋ ਥਿਰ ਸਾਚੀ। ਫਿਰ ਮਹਾਰਾਜ ਆਪੇ ਕਹੂਗਾ ਵੀ ਤੁਹਾਡੀ ਹੈ ਤੇ ਤੁਸੀਂ ਰੱਖੋ, ਫਿਰ ਦਾਵਾ ਨਹੀਂ ਕਰੇਗਾ, ਕਿਤੇ ਸ਼ਿਕਾਇਤ ਨਹੀਂ ਕਰੇਗਾ। ਉਨ ਕੋ ਕਰੇ ਨਾ ਬਾਦ ਉਬਾਚੀ। ਨਾ ਮਹਾਰਾਜ ਫਿਰ ਝਗੜਾ ਕਰੇਗਾ ਕਿਸੇ ਤਰ੍ਹਾਂ ਦਾ। ਇਹ ਜੇ ਬਲ ਕਰ ਛੀਨੋ ਇਸ ਕੇਰੀ। ਐਸੀ ਕੋਈ ਗੱਲ ਨਹੀਂ, ਆਪਾਂ ਵੈਸੇ ਵੀ ਲੈ ਸਕਦੇ ਹਾਂ, ਪਰ ਜੇ ਹੁਣ ਆਪਾਂ ਨੇ ਜ਼ੋਰ ਨਾਲ ਇਹਦੀ ਜ਼ਮੀਨ ਖੋਹ ਲੈਨੇ ਆ, ਦੱਬ ਲੈਨੇ ਆ। ਮੈਂ ਚਿਰ ਕੋ ਬਰ ਜੋ ਇਸ ਬੇਰੀ। ਮੈਂ ਇਹਨੂੰ ਝਿੜਕਾਂਗਾ, ਆਪੇ ਰੋਕ ਦਿਆਂਗਾ, ਇਹ ਚੰਗਾ ਨਹੀਂ ਧੱਕੇ ਨਾਲ ਦੱਬਣਾ। ਜੀਵਤ ਰਹੇ ਆਏ ਥਲ ਜਾਵਦ। ਕੋਈ ਗੱਲ ਨਹੀਂ ਮਹਾਰਾਜ, ਤੁਹਾਡੀ ਥਾਂ ਜਿੰਨੀ ਮਰਜ਼ੀ ਤੁਸੀਂ ਸੰਭੋ ਰਹੋ ਇੱਥੇ ਅਖੀਰ ਤੱਕ। ਕੋ ਨੈ ਝਗਰ ਸਕੇ ਗੋਤਾਵਦ। ਝਗੜਾ ਨਹੀਂ ਹੋਵੇਗਾ, ਇਸ ਕਰਕੇ ਆਪਾਂ ਨੇ ਸਬੂਤ ਦੇਣਾ ਇਹਨੂੰ। ਉਨ ਪਾਛੇ ਉੱਠ ਪਰੇ ਬਾਦ। ਮਹਾਰਾਜ ਬਾਅਦ ਦੇ ਵਿੱਚ ਝਗੜੇ ਹੋਣਗੇ ਜੇ ਹੁਣ ਸਬੂਤ ਨਾ ਦਿੱਤਾ ਇਹਨੂੰ। ਜਾਂ ਤੇ ਜਾਨੋ ਬੇਬੁਨਿਆਦ। ਇਹਦਾ ਝਗੜਾ ਜਿਹੜਾ ਹੈ ਉਹ ਬੇਬੁਨਿਆਦ ਹੈ, ਬੁਨਿਆਦ ਤੇ ਕੋਈ ਹੈ ਨਹੀਂ ਝਗੜੇ ਦੀ। ਜਥਾ ਨਗਰ ਕੋ ਮੁਗਲ ਉਗਾਹ। ਜਿਸ ਤਰ੍ਹਾਂ ਮੁਗਲ ਜਿਹੜੇ ਹਨ ਉਗਾਹ ਨੇ, ਗਵਾਹੀ ਦਿੰਦੇ ਹਨ। ਕਰੇ ਬਤਾਵਨ ਹੈ ਇਸ ਪਾਹੇ। ਉਹ ਸਾਰੇ ਇਕੱਠੇ ਹੋ ਕੇ ਕਹਿੰਦੇ ਨੇ ਵੀ ਹਾਂ ਜ਼ਮੀਨ ਇਹਦੀ ਹੈ, ਇਹਦੀ ਮਾਲਕੀ ਹੈ। ਤੈਸੇ ਤੁਮ ਕਿਛ ਪਤਾ ਬਤਾਵੋ। ਇਸ ਕਰਕੇ ਆਪ ਵੀ ਕਿਰਪਾ ਕਰੋ, ਨਿਸ਼ਾਨੀ ਦੇ ਦਿਓ ਕੋਈ ਆਪਣੀ। ਜੁਤ ਬੁਨਿਆਦ ਤਰਾ ਕੋ ਪਾਵੋ। ਫਿਰ ਬੁਨਿਆਦ ਇੱਥੇ ਪੱਕੀ ਬੰਨੀ ਜਾਵੇਗੀ। ਬਹੁਰ ਨ ਲਾਗੂ ਹੋਵਨ ਕੌਣ। ਫਿਰ ਕੋਈ ਦੁਸ਼ਮਣ ਨਹੀਂ ਬਣਨਾ, ਇੱਥੇ ਕਿਸੇ ਨੇ ਨਹੀਂ ਆਉਣਾ। ਦੇਖ ਉਗਾਹੀ ਧਾਰੇ ਮੌਨ। ਜਦੋਂ ਉਗਾਹੀ ਮਿਲ ਗਈ, ਸਬੂਤ ਮਿਲ ਗਿਆ, ਆਪਣੇ ਆਪ ਹੀ ਚੁੱਪ ਕਰ ਜਾਣਗੇ। ਬਾਤ ਯਥਾਰਥ ਜਬੇ ਸੁਨਾਈ। ਜਦੋਂ ਸਤਿਗੁਰਾਂ ਜੀ ਦੇ ਕੋਲੋਂ ਬੇਨਤੀ ਕੀਤੀ ਵੀ ਮਹਾਰਾਜ ਕਿਰਪਾ ਕਰੋ, ਇਹ ਸਬੂਤ ਮੰਗਦਾ ਹੈ, ਆਪਣਾ ਸਬੂਤ ਦਿੰਦਾ ਇਹ ਵੀ ਆ ਸਾਰੇ ਗਵਾਹ ਨੇ, ਪੁਸਤਾਂ ਤੋਂ ਸਾਡੇ ਕੋਲ ਹੈ, ਤੇ ਹੁਣ ਆਪ ਜੀ ਵੀ ਗਵਾਹੀ ਦੇ ਦਿਓ। ਇਹਨਾਂ ਸਬੂਤ ਚਾਹੀਦਾ, ਆਪੇ ਚੁੱਪ ਕਰ ਜਾਵੇਗਾ। ਮਾਨੀ ਸਤਗੁਰ ਤਬੇ ਅਲਾਈ। ਗੁਰੂ ਪਾਤਸ਼ਾਹ ਜੀ ਨੇ ਬਹਾਦਰ ਸ਼ਾਹ ਦੀ ਬੇਨਤੀ ਸੁਣੀ, ਪੜ੍ਹੀ, ਨਾਲ ਹੀ ਕਿਹਾ ਮੁਗਲ ਨਗਰ ਕੇ ਮੁਖੀ ਲੈ ਆਵੇ। ਸਤਿਗੁਰੂ ਜੀ ਕਹਿੰਦੇ ਠੀਕ ਹੈ ਭਾਈ, ਤੁਸੀਂ ਜਿਹੜੇ ਨਗਰ ਦੇ ਮੁਖੀ ਨੇ ਉਹਨਾਂ ਨੂੰ ਲੈ ਕੇ ਆਓ। ਕਾਜ਼ੀ ਮੁਫਤੀ ਸਕਲ ਮਿਲਾਵੇ। ਜਿਹੜੇ ਕਾਜੀ ਮੁਫਤੀ ਨੇ, ਮੁਫਤੀ ਕਾਜੀ ਹੁੰਦਾ ਜਿਹਨੇ ਫਤਵਾ ਜਾਰੀ ਕਰਨਾ ਹੁੰਦਾ ਹੈ, ਉਹਨੂੰ ਵੀ ਬੁਲਾ ਲਿਓ ਭਾਈ ਨਾਲ ਹੀ। ਤੁਮ ਆਪਣੇ ਉਮਰਾਵ ਪਠਾਵੋ। ਬਹਾਦਰ ਸ਼ਾਹ ਨੂੰ ਸਤਿਗੁਰਾਂ ਜੀ ਨੇ ਕਿਹਾ ਵੀ ਜਿਹੜਾ ਤੁਹਾਡਾ ਇੱਥੋਂ ਦਾ ਪ੍ਰਬੰਧਕ ਹੈ, ਇੱਥੋਂ ਦਾ ਗਵਰਨਰ ਹੈ, ਦੱਖਣ ਦੇ ਵਿੱਚ ਤੁਸੀਂ ਲਾਇਆ, ਉਹਨੂੰ ਵੀ ਭੇਜ ਦਿਓ। ਝਗੜਾ ਧਰ ਕੋ ਅਖਿਲ ਮਿਟਾਵੋ। ਤਾਂ ਕਿ ਇਹ ਪੂਰਨ ਤੌਰ ਤੇ ਝਗੜਾ ਮਿਟ ਜਾਵੇ, ਦੁਬਾਰੇ ਨਾ ਇਹ ਕਰਨ ਆ ਕੇ ਇੱਥੇ। ਜਥਾ ਜੋਗ ਜਿਸ ਕੀ ਓਏ ਦੀਜੈ। ਜੋ ਸਾਹਮਣੇ ਆਇਆ ਸਬੂਤ ਉਹਦੇ ਮੁਤਾਬਕ ਜਿਹਦੀ ਹੋਈ ਉਸ ਨੂੰ ਦੇ ਦਿਓ। ਕਹੇ ਜੋ ਕੂਰ ਹਟਾਵਨ ਕੀਜੈ। ਜਿਹੜਾ ਝੂਠ ਬੋਲੇ ਉਹਦਾ ਕਬਜ਼ਾ ਇੱਥੋਂ ਹਟਾ ਦੇਣਾ। ਬਾਕ ਜਥਾਰਤ ਸੁਨ ਗੁਰ ਕੇਰੇ।
ਬਹਾਦਰ ਸ਼ਾਹ ਨੇ ਕਿਹਾ ਵੀ ਸਤਿਗੁਰਾਂ ਜੀ ਦੀ ਗੱਲ ਸਹੀ ਹੈ। ਇਕੱਠੇ ਕੀਨੇ ਮਨੁਜ ਕਨੇਰੇ, ਬਹੁਤ ਸਾਰੇ ਇਲਾਕੇ ਦੇ ਮੋਹਤਵਰ ਬੰਦੇ ਇਕੱਠੇ ਕਰਨਾ ਕੀਤੇ। ਨਰ ਪੁਰ ਕੇ ਪ੍ਰਧਾਨ ਪਠਾਏ, ਜਿਹੜੇ ਮੁਖੀਏ ਸਨ ਪੰਚ ਚੌਧਰੀ ਨਾਦੇੜ ਦੇ ਉਹ ਵੀ ਬੁਲਾ ਲਏ। ਸ਼ਾਹ ਨਿਕਟਵਰਤੀ ਸਮੁਦਾਏ, ਸਾਰੇ ਇਕੱਠੇ ਹੋ ਜਾਂਦੇ ਹਨ ਬਹਾਦਰ ਸ਼ਾਹ ਦੇ ਕੋਲ। ਇਕੱਠੇ ਹੋਏ ਹਜ਼ਾਰੋਂ ਆਏ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਆ ਜਾਂਦੇ ਹਨ। ਕਰ ਕਰ ਸ਼ਾਹ ਤਗੀਦ ਪਠਾਏ, ਬਹਾਦਰ ਸ਼ਾਹ ਨੇ ਸਾਰੀ ਗੱਲ ਸਾਰਿਆਂ ਨੂੰ ਸਮਝਾ ਦਿੱਤੀ ਵੀ ਉੱਥੇ ਕੋਈ ਹੱਲਾ ਗੁੱਲਾ ਨਹੀਂ ਕਰਨਾ ਹੈ, ਬੈਠ ਕੇ ਗੱਲ ਕਰ ਲਓ, ਝਗੜਾ ਕੋਈ ਨਹੀਂ ਕਰਨਾ। ਕਿਉਂਕਿ ਤੁਹਾਨੂੰ ਨਹੀਂ ਕੁਝ ਮਿਲਦਾ ਤਾਂ ਮੈਂ ਦੇ ਦਾਂਗਾ, ਕੋਈ ਗੱਲ ਨਹੀਂ ਹੈਗੀ, ਪਰ ਝਗੜਾ ਨਹੀਂ ਉੱਥੇ ਕਰਨਾ, ਹੱਲਾ ਗੁੱਲਾ ਨਹੀਂ ਕਰਨਾ। ਗੁਰੂ ਕੋਲ ਜਾ ਕੇ ਗੁਰੂ ਦੀ ਗੱਲ ਸੁਣ ਲਓ ਜਾ ਕੇ, ਜਿਵੇਂ ਉਹ ਕਹਿੰਦੇ ਨੇ। ਤੁਹਾਨੂੰ ਨਾ ਠੀਕ ਲੱਗੇ ਮੈਨੂੰ ਦੱਸ ਦਿਓ, ਪਰ ਤੁਸੀਂ ਨਹੀਂ ਗੁਰੂ ਨੂੰ ਕੁਝ ਕਹਿਣਾ ਹੈਗਾ, ਗੱਲ ਮੇਰੇ ਨਾਲ ਕਰਿਓ ਆ ਕੇ। ਬਹਾਦਰ ਸ਼ਾਹ ਨੇ ਸਾਰੇ ਬੰਦਿਆਂ ਨੂੰ ਤਾਕੀਦ ਕਰਕੇ ਭੇਜ ਦਿੱਤਾ। ਬੈਠੇ ਆਏ ਅਖਿਲ ਗੁਰ ਪਾਸਾ, ਸਾਰੇ ਆ ਕੇ ਸਤਿਗੁਰਾਂ ਜੀ ਦੇ ਕੋਲ ਬੈਠ ਜਾਂਦੇ ਨੇ। ਪ੍ਰਥਮ ਮੁਗਲ ਨਾ ਬਾਦ ਪ੍ਰਕਾਸ਼ਾ, ਹੁਣ ਕਿਹਾ ਸੀ ਬਹਾਦਰ ਸ਼ਾਹ ਨੇ ਵੀ ਝਗੜਾ ਨਹੀਂ ਕਰਨਾ, ਉਹਨਾਂ ਨੇ ਕੋਈ ਝਗੜੇ ਦੀ ਗੱਲ ਨਹੀਂ ਕੀਤੀ। ਪੁਸ਼ਤੈਨੀ ਇਹ ਥਾਨ ਹਮਾਰਾ, ਕਹਿੰਦੇ ਜੀ ਅਸੀਂ ਸੱਚੀ ਗੱਲ ਕਹਿੰਦੇ ਆ ਵੀ ਝਗੜਾ ਨਹੀਂ ਅਸੀਂ ਕਰਦੇ, ਕਈ ਪੁਸਤਾਂ ਤੋਂ ਅਸੀਂ ਇਸ ਜ਼ਮੀਨ ਤੇ ਖੇਤੀ ਕਰਦੇ ਆ ਰਹੇ ਆ, ਮਾਲਕੀ ਸਾਡੀ ਹੈ। ਜਾਨਤ ਗਿਰਦ ਨਵਾਇਤ ਸਾਰਾ, ਕਿ ਸਾਰਿਆਂ ਨੂੰ ਪਤਾ ਕਾਗਜ਼ਾਂ ਦੇ ਵਿੱਚ ਚੜੀ ਹੋਈ ਹੈ। ਬੂਝ ਲਿਓ ਸਭ ਕੋਈ ਸਟੋਰੀ, ਆ ਜਿੰਨੇ ਵੀ ਬੰਦੇ ਆਏ ਨੇ ਆਪ ਜਿਹਦੇ ਮਰਜ਼ੀ ਕੋਲੋਂ ਪੁੱਛ ਲਓ ਵੀ ਅਸੀਂ ਝੂਠ ਨਹੀਂ ਬੋਲਦੇ, ਅਸੀਂ ਖੇਤੀ ਕਰ ਰਹੇ ਆ ਇੱਥੇ। ਜੋ ਚੀਨਤ ਕਰ ਸੀਨੇ ਜੋਰੀ, ਅੱਗੇ ਮਹਾਰਾਜ ਤੁਹਾਡੀ ਮਰਜ਼ੀ ਹੈ, ਅਸੀਂ ਕਰ ਕੁਝ ਨਹੀਂ ਸਕਦੇ, ਜੇ ਤੁਸੀਂ ਲੈ ਵੀ ਲੈਨੇ ਹੋ ਧੱਕੇ ਨਾਲ ਤੋ ਮੇਰੇ ਕੁਛ ਬਸ ਨਾ ਬਸਾਏ, ਮੈਂ ਕੁਝ ਨਹੀਂ ਕਰ ਸਕਦਾ। ਮਾਲਕ ਸ਼ਾਹ ਸਕਲਈ ਥਾਏ, ਕਿ ਬਹਾਦਰ ਸ਼ਾਹ ਆਪ ਹੀ ਮਾਲਕ ਹੈ ਸਾਰੀਆਂ ਥਾਵਾਂ ਦਾ। ਸਭ ਮੈਂ ਤਵ ਸ਼੍ਰੀ ਗੁਰੂ ਬਖਾਨਾ, ਸਾਰਿਆਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ। ਲੱਖੋਂ ਬਰਖਨ ਕੋਏ ਥਾਨਾ, ਸਤਿਗੁਰੂ ਜੀ ਕਹਿੰਦੇ ਵੀ ਤੁਹਾਨੂੰ ਪਤਾ ਵੀ ਧਰਤੀ ਕਦੋਂ ਕਦੀ ਬਣੀ ਹੈ, ਲੱਖਾਂ ਸਾਲ ਬਤੀਤ ਹੋ ਗਏ ਇਸ ਧਰਤੀ ਤੇ, ਔਰ ਕਿੰਨੇ ਨੇ ਜਿਹੜੇ ਇਸ ਧਰਤੀ ਦੀ ਮਾਲਕੀ ਕਰਕੇ ਚਲੇ ਗਏ, ਉਹਨਾਂ ਦੀ ਵੀ ਗਿਣਤੀ ਕੋਈ ਨਹੀਂ ਹੈ। ਕੀ ਸਬੂਤ ਦਿਓਗੇ ਤੁਸੀਂ? ਬਾਬੇ ਦਾ, ਦਾਦੇ ਦਾ, ਪੜਦਾਦੇ ਦਾ ਕਿੰਨੇ ਕੁ ਸਬੂਤ ਦੇ ਦੋਗੇ ਤੁਸੀਂ? ਉਸ ਤੋਂ ਬਾਅਦ ਤਾਂ ਕੋਈ ਸਬੂਤ ਨਹੀਂ ਹੈ। ਸੋ ਭਾਈ ਇਹ ਧਰਤੀ ਲੱਖਾਂ ਸਾਲਾਂ ਤੋਂ ਬਣੀ ਹੋਈ ਹੈ, ਪਰਮੇਸ਼ਰ ਦੇ ਪਿਆਰੇ ਇਸ ਧਰਤੀ ਤੇ ਕਰਦੇ ਆ ਸਿਮਰਨ ਭਜਨ ਬੰਦਗੀ। ਤੋ ਅਸਲ ਦੇ ਵਿੱਚ ਤਾਂ ਮਾਲਕੀ ਉਹਨਾਂ ਦੀ ਹੁੰਦੀ ਹੈ ਜਿਹੜੇ ਮਾਲਕ ਦੀ ਬੰਦਗੀ ਕਰਦੇ ਆ, ਬਾਕੀ ਤਾਂ ਸਾਰੇ ਐਵੇਂ ਕਬਜ਼ੇ ਕਰੀ ਫਿਰਦੇ ਆ। ਇਹ ਸਗਲੀ ਧਰਤੀ ਸਾਧਕੀ ਤਸਕਰ ਵੈਸੈ ਗਾਹੇ। ਪਰਮੇਸ਼ਰ ਦੇ ਪਿਆਰੇ ਉਹਦੀ ਬੰਦਗੀ ਕਰਨ ਵਾਲੇ ਆ। ਇਹ ਧਰਤੀ ਬਣੀ ਉਹ ਧਰਮ ਕਮਾਉਣ ਦੇ ਵਾਸਤੇ, ਫਿਰ ਕਿਹਦੀ ਹੋਈ? ਧਰਮੀ ਬੰਦਿਆਂ ਦੀ ਹੋਈ ਨਾ। ਧਰਮ ਕਮਾਉਣ ਵਾਸਤੇ ਧਰਤੀ ਬਣੀ ਹੈ ਇਹ। ਤੋ ਸਤਿਗੁਰੂ ਜੀ ਕਹਿੰਦੇ ਵੀ ਲੱਖਾਂ ਸਾਲ ਤੋਂ ਇਹ ਧਰਤੀ ਬਣੀ ਹੋਈ ਹੈ। ਰਹੇ ਸੰਭਾਲਤ ਅਹੇ ਹਮਾਰਾ, ਹੁਣ ਤੁਸੀਂ ਕਹਿੰਦੇ ਵੀ ਅਸੀਂ ਸੰਭਾਲਦੇ ਰਹੇ ਆ ਇਹਨੂੰ, ਤੇ ਬਾਦਸ਼ਾਹ ਜੀ ਕਹਿੰਦੇ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਆ 4 ਪੀੜ੍ਹੀਆਂ ਤੋਂ 5 ਪੀੜ੍ਹੀਆਂ ਤੋਂ ਅਸੀਂ ਸੰਭਾਲਿਆ, ਤੇ ਸਾਡਾ ਉਦੋਂ ਦਾ ਹੀ ਸੰਬੰਧ ਹੈ ਇਸ ਧਰਤੀ ਦੇ ਨਾਲ ਜਦੋਂ ਦੀ ਪ੍ਰਮਾਤਮਾ ਨੇ ਬਣਾਈ ਹੈ। ਸਾਡਾ ਉਦੋਂ ਦਾ ਹੀ ਸੰਬੰਧ ਹੈ ਕਿਉਂਕਿ ਗੁਰੂ ਪਰਮੇਸ਼ਰ ਹੈ। ਤੁਸੀਂ ਤਾਂ ਅੱਜ ਕਹਿੰਦੇ ਹੋ 5 ਪੀੜ੍ਹੀਆਂ ਤੋਂ ਅਸੀਂ ਕਰਦੇ ਆ ਰਹੇ, ਕਦੋਂ ਕਦਾ ਨੰਦੇੜ ਵਸਿਆ, ਕਦੋਂ ਕਦੇ ਤੁਸੀਂ ਆਏ।
ਭਾਈ ਜਦੋਂ ਦੀ ਧਰਤੀ ਬਣੀ ਹੈ ਉਦੋਂ ਦਾ ਹੀ ਸੰਬੰਧ ਹੈ। ਇਹ ਸਾਥੋਂ ਵਿਸਰਦਾ ਨਹੀਂ ਹੈ, ਯਾਦ ਹੀ ਰਹਿੰਦਾ ਹੈ। ਜਬ ਕਿ ਤੂੰ ਕਰ ਗਏ ਕਿਨਾਰਾ। ਚਲੋ ਸਮਾਂ ਆਉਣ ਤੇ ਜਦੋਂ ਕਿਨਾਰਾ ਕਰ ਗਏ, ਇਹਨੂੰ ਛੱਡ ਗਏ, ਲੇਕਰ ਅਪਰ ਸੋ ਮਾਲਿਕ ਬਨਿਓ। ਕਹਿੰਦੇ ਭਾਈ ਅਸੀਂ ਛੱਡ ਕੇ ਪਰੇ ਹੋ ਗਏ ਤੇ ਫਿਰ ਮਾਲਕ ਕੋਈ ਹੋਰ ਬਣ ਗਿਆ। ਇਹ ਚੱਲਦਾ ਰਹਿੰਦਾ ਹੈ, ਇੱਕ ਮਾਲਕ ਤਾਂ ਸਦਾ ਰਹਿੰਦਾ ਹੀ ਨਹੀਂ ਹੈ। ਸੋ ਇਹ ਕਿਨਾਰਾ ਕਰ ਗਏ ਅਸੀਂ ਤੇ ਹੋਰ ਕੋਈ ਮਾਲਕ ਬਣ ਗਿਆ ਤੁਹਾਡੇ ਤੋਂ ਪਹਿਲਾਂ। ਆਸ਼ਰਮ ਬੜੋ ਪੁਰਾਤਨ ਬਨਿਓ। ਸਤਿਗੁਰੂ ਜੀ ਕਹਿੰਦੇ ਵੀ ਇੱਥੇ ਬਹੁਤ ਵੱਡਾ ਆਸ਼ਰਮ ਹੁੰਦਾ ਸੀ ਪੁਰਾਤਨ, ਜਿੱਥੇ ਬੈਠ ਕੇ ਰੱਬ ਦੇ ਪਿਆਰੇ ਭਜਨ ਬੰਦਗੀ ਕਰਦੇ ਸਮੇਂ ਦੇ ਮੁਤਾਬਕ। ਜਿਸ ਤਰ੍ਹਾਂ ਦੇ ਸਾਧਨ ਸਨ, ਸਤਿਯੁਗ ਦਾ ਆਪਣਾ, ਤ੍ਰੇਤੇ ਦਾ ਆਪਣਾ, ਦੁਆਪਰ ਦਾ ਆਪਣਾ, ਕਲਯੁਗ ਦਾ ਆਪਣਾ ਸਾਧਨ ਨੇ। ਤੇ ਬਹੁਤ ਵੱਡਾ ਆਸ਼ਰਮ ਹੋਇਆ ਕਰਦਾ ਸੀ ਇੱਥੇ, ਤੇ ਬੜੇ ਰਿਸ਼ੀ ਮੁਨੀ ਤਪੱਸਿਆ ਕਰਦੇ। ਨਿਸ਼ਚੇ ਨਹੀਂ ਕਹੀਂ ਪਰ ਆਵੇ। ਸਤਿਗੁਰੂ ਜੀ ਕਹਿੰਦੇ ਹੁਣ ਤੁਸੀਂ ਕਿਹੜੇ ਇਹਨਾਂ ਗੱਲਾਂ ਤੇ ਨਿਹਚਾ ਕਰਨਾ ਹੈ। ਤੁਸੀਂ ਇਹ ਗੱਲ ਕਦੇ ਵੀ ਨਹੀਂ ਮੰਨੋਗੇ ਵੀ ਇੱਥੇ ਆਸ਼ਰਮ ਹੁੰਦਾ ਸੀ। ਤੁਸੀਂ ਤਾਂ ਇਹ ਸਬੂਤ ਦੇਣਾ ਵੀ ਇੱਥੇ ਕਿਹੜੀ ਫਸਲ ਹੁੰਦੀ ਸੀ। ਤੁਹਾਡਾ ਸੰਬੰਧ ਖੇਤੀਬਾੜੀ ਨਾਲ ਹੈ ਨਾ, ਤੁਸੀਂ ਉਹ ਸਬੂਤ ਦੇਣਾ ਹੈ। ਆਸ਼ਰਮ ਵਾਲੀ ਗੱਲ ਨੂੰ ਕਿਸੇ ਨੇ ਨਹੀਂ ਤੁਹਾਡੇ ਚੋਂ ਮੰਨਣਾ ਵੀ ਆਸ਼ਰਮ ਵੀ ਹੁੰਦਾ ਸੀ ਇੱਥੇ। ਆ ਜਿੰਨੇ ਵੀ ਆਏ ਨੇ ਸਾਰੇ ਕਹਿਣਗੇ ਵੀ ਅਸੀਂ ਤਾਂ ਆਸ਼ਰਮ ਦੇਖਿਆ ਨਹੀਂ ਇੱਥੇ ਕਦੇ, ਸਾਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਹੈਗਾ। ਤੇ ਜਿਹੜਾ ਹੁਣ ਸਬੂਤ ਅਸੀਂ ਦੇਣ ਲੱਗੇ ਆ ਉਹ ਤੁਸੀਂ ਕਦੇ ਵੀ ਨਹੀਂ ਮੰਨਣਾ। ਅਸੀਂ ਤਾਂ ਤੁਹਾਡਾ ਮੰਨ ਲਿਆ ਵੀ ਠੀਕ ਆ ਤੁਸੀਂ ਖੇਤੀਬਾੜੀ ਕਰਦੇ ਆ, ਪਰ ਸਾਡੇ ਵਾਲਾ ਸਬੂਤ ਕਿਹਨੇ ਮੰਨਣਾ ਹੈ। ਤੋ ਹਮ ਸਭ ਕੇ ਚਿੰਨ ਦਿਖਾਵੇਂ। ਪਾਤਸ਼ਾਹ ਜੀ ਕਹਿੰਦੇ ਵੀ ਹੁਣ ਅਸੀਂ ਦਿਖਾਵਾਂਗੇ, ਚਾਹੇ ਲੋੜ ਨਹੀਂ ਸੀ ਸਾਨੂੰ ਇਹ ਦੱਸਣ ਦੀ, ਪਰ ਜਦੋਂ ਹੁਣ ਤੁਸੀਂ ਸਬੂਤ ਮੰਗਦੇ ਹੋ, ਕੋਈ ਗੱਲ ਨਹੀਂ ਭਾਈ, ਫਿਰ ਜਿਸ ਤਰ੍ਹਾਂ ਤੁਸੀਂ ਚੱਲਦੇ ਹੋ ਫਿਰ ਉਸ ਤਰ੍ਹਾਂ ਸਹੀ। ਸਬੂਤ ਚਾਹੀਦਾ ਨਾ ਤੁਹਾਨੂੰ। ਚਲੋ ਸਾਰੇ ਚਿੰਨ ਦਿਖਾ ਦੇਨੇ ਆ। ਜੈ ਡੇਰਾ ਤੇ ਖੋਦਨ ਲਾਏ। ਸਤਿਗੁਰਾਂ ਜੀ ਨੇ ਨਿਸ਼ਾਨੀ ਦੱਸਤੀ, ਕਹਿੰਦੇ ਲੈ ਭਾਈ ਆ ਇਸ ਥਾਂ ਤੋਂ ਪੁੱਟਣਾ ਸ਼ੁਰੂ ਕਰ ਦਿਓ। ਕੀਤਕ ਨੀਚੇ ਥਲ ਖੁਨਵਾਏ। ਦੂਰੀ ਤੱਕ, ਡੂੰਘਾਈ ਤੱਕ ਸਤਿਗੁਰਾਂ ਜੀ ਨੇ ਧਰਤੀ ਦੀ ਖੁਦਾਈ ਕਰਵਾਈ। ਨਿਕਸੇ ਤਾਂ ਭਸਮ ਕੋ ਢੇਰਾ। ਚੱਲਦਿਆਂ ਚੱਲਦਿਆਂ ਫਿਰ ਥੱਲੇ ਸਵਾਹ ਨਿਕਲ ਆਉਂਦੀ ਹੈ। ਕਈ ਤਰ੍ਹਾਂ ਦੀਆਂ ਮਿੱਟੀਆਂ ਨਿਕਲਦੀਆਂ, ਪਰ ਸਵਾਹ ਤਾਂ ਨਹੀਂ ਥੱਲੇ ਕਿਤੇ ਨਿਕਲਦੀ। ਆਪਾਂ ਪਾਣੀ ਲੈਂਦੇ ਲੈਂਦੇ ਰੇਤੇ ਤੱਕ ਪਹੁੰਚ ਜਾਂਦੇ ਆ। ਚੀਕਣੀ ਮਿੱਟੀ ਆਉਂਦੀ ਹੈ, ਲਾਲ ਮਿੱਟੀ ਆਉਂਦੀ ਹੈ, ਰੋਡ ਆਉਂਦੇ ਨੇ। ਸਵਾਹ ਤਾਂ ਕਿਤੋਂ ਨਹੀਂ ਨਾ ਨਿਕਲੀ ਅੱਜ ਤੱਕ ਬੋਰ 'ਚ ਕਿਤੇ ਵੀ। ਐਸਾ ਤਾਂ ਨਹੀਂ ਹੋਇਆ ਵੀ ਸਾਡੇ ਬੋਰ ਕੀਤਾ ਸਵਾਹ ਨਿਕਲੀ, ਨਹੀਂ। ਤੇ ਸਤਿਗੁਰਾਂ ਜੀ ਨੇ ਖੁਦਾਈ ਕਰਵਾਈ ਤੇ ਸਵਾਹ ਦੀ ਤਹਿ ਆ ਜਾਂਦੀ ਹੈ। ਜਿੱਥੇ ਸਵਾਹ ਦੀ ਤਹਿ ਆ ਗਈ, ਜੈ ਆਸਨ ਤੋਂ ਪਰਿਓ ਬਡੇਰਾ। ਪਾਤਸ਼ਾਹ ਜੀ ਕਹਿੰਦੇ ਬਸ ਇੰਨੀ ਧਰਤੀ ਹੁਣ ਭਾਈ ਨੂੰ ਸਾਰੀ ਨੂੰ ਪੁੱਟ ਕੇ ਵੇਖ ਲਓ, ਤੁਹਾਨੂੰ ਆਸਣ ਵੀ ਦਿਖਾ ਦਿੰਨੇ ਆ। ਪੁਨ ਪ੍ਰਭ ਪਨਿਓ ਔਰ ਖਨ ਲੀਜੈ। ਤੁਹਾਡੀ ਤਸੱਲੀ ਨਹੀਂ ਹੁੰਦੀ, ਹੋਰ ਪੁੱਟ ਕੇ ਵੇਖ ਲਓ। ਜਿੱਧਰ ਨੂੰ ਜਾਣਾ ਉਧਰ ਨੂੰ ਪੁੱਟ ਲਓ। ਨਿਸ਼ਾਨੀ ਸਤਿਗੁਰਾਂ ਜੀ ਨੇ ਦੱਸ ਦਿੱਤੀ ਵੀ ਇੰਨੀ ਧਰਤੀ ਹੈ, ਇਹਨੂੰ ਪੁੱਟ ਕੇ ਜਿੱਥੋਂ ਮਰਜੀ ਵੇਖ ਲਓ। ਇਹੋ ਹੀ ਧਰਤੀ ਗੁਰਮੁਖੋ ਜਿਤਨੀ ਥਾਂ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਤਖਤ ਬਣਿਆ ਹੋਇਆ ਹੈ, ਇੰਨੀ ਧਰਤੀ ਸਤਿਗੁਰਾਂ ਜੀ ਨੇ ਕਰਮਾਂ ਦੇ ਨਾਲ ਮਿਣ ਕੇ ਦੱਸਤੀ। ਕਹਿੰਦੇ ਵੀ ਆ ਹੈ, ਜਿੱਥੋਂ ਮਰਜੀ ਪੁੱਟ ਲਓ ਸਵਾਹ ਮਿਲੂਗੀ ਤੁਹਾਨੂੰ। ਨਿਸ਼ਾਨੀਆਂ ਦਸੀਆਂ। ਕਰ ਮੰਡਲ ਮਾਲਾ ਦਿਖ ਰੀਜੈ। ਇਹ ਸਤਿਗੁਰੂ ਜੀ ਕਹਿੰਦੇ ਵੀ ਤੁਹਾਨੂੰ ਇੱਕ ਕਰ ਮੰਡਲ ਵੀ ਮਿਲੇਗਾ ਇੱਥੋਂ, ਤੇ ਇੱਥੋਂ ਇੱਕ ਮਾਲਾ ਵੀ ਮਿਲੇਗੀ। ਮਾਲਾ ਤੇ ਨਹੀਂ, ਮਣ ਕੇ ਜ਼ਰੂਰ ਮਿਲ ਜਾਣਗੇ, ਧਾਗਾ ਤਾਂ ਰਹਿੰਦਾ ਨਹੀਂ ਇੰਨੀ ਦੇਰ। ਮਾਲਾ ਦੇ ਮਣ ਕੇ ਮਿਲ ਜਾਣਗੇ।
ਲੱਭ ਕੇ ਵੇਖ ਲੋ। ਦੁਸ਼ਟ ਦਮਨ ਜਿਸ ਤਨ ਮੈਂ ਨਾਮੋ, ਇਸ ਵਕਤ ਦੁਸ਼ਟ ਦਮਨ ਸੀ ਨਾਮ, ਕਰੇ ਤੀਬਰ ਤਪ ਤਬੇ ਅਬਿਰਾਮੋ। ਉਥੋਂ ਅਸੀਂ ਤਪੱਸਿਆ ਕੀਤੀ ਇਸ ਸਥਾਨ ਤੇ ਵੀ, ਬਰਖ ਹਜ਼ਾਰੋਂ ਇਸ ਤਲ ਬਸ ਕੈ, ਹਜ਼ਾਰਾਂ ਸਾਲ ਇਸ ਧਰਤੀ ਤੇ ਰਹੇ। ਸੰਕਟ ਸਏ ਸਕਲ ਤਨ ਕਸ ਕੈ, ਸਾਰੇ ਸੰਕਟ ਜਿਹੜੇ ਨੇ ਸਰੀਰ ਦੇ ਉੱਤੇ, ਗਰਮੀ ਹੈ, ਸਰਦੀ ਹੈ, ਹਵਾ ਚੱਲਦੀ, ਮੀਂਹ ਪੈਂਦਾ, ਸਾਰੇ ਸਹਾਰਨਾ ਕੀਤੇ ਨੇ ਸਰੀਰ ਦੇ ਉੱਤੇ, ਕਿਉਂਕਿ ਉਦੋਂ ਇਸ ਤਰ੍ਹਾਂ ਦਾ ਹੀ ਸਾਧਨ ਸੀ। ਸਾਰੇ ਕਸ਼ਟ ਸਹਾਰੇ ਹਨ। ਉਨ ਕੁਛ ਖੋਦੀ ਅਪਰੇ ਅਗਾਰੀ, ਫਿਰ ਅੱਗੇ ਜਾ ਕੇ ਥੋੜਾ ਧਰਤੀ ਨੂੰ ਪੁੱਟਿਆ, ਮਾਲਾ ਪ੍ਰਭ ਕੀ ਤਬੇ ਨਿਹਾਰੀ। ਫਿਰ ਮਣ ਕੇ ਵੀ ਮਿਲਣੇ ਸ਼ੁਰੂ ਹੋ ਗਏ ਮਾਲਾ ਦੇ। ਤਪ ਪ੍ਰਭਾਵ ਤੇ ਆਸਨ ਪਰਿਓ, ਇਹ ਜਿਹੜਾ ਤਾਪ ਕਰਕੇ ਆਸਣ ਜਿਹੜਾ ਜਿਉਂ ਦੀ ਤਿਉਂ ਸੀ, ਕਿਉਂਕਿ ਜਿਹੜਾ ਭਗਤੀ ਦਾ ਅਸਰ ਹੈ ਨਾ, ਉਹ ਖਤਮ ਨਹੀਂ ਹੁੰਦਾ, ਉਹ ਸਦਾ ਹੀ ਰਹਿੰਦਾ ਹੈ। ਇੱਕ ਰਸ ਹੈ, ਬਦਲਾਅ ਤਾਂ ਉਹਦੇ ਚ ਹੈ ਹੀ ਨਹੀਂ, ਨਾ ਕਦੇ ਘਟਿਆ ਨਾ ਕਦੇ ਵਧਿਆ, ਇੱਕ ਰਸ ਹੈ। ਭਗਤੀ ਦੇ ਤੇਜ ਪ੍ਰਤਾਪ ਕਰਕੇ ਆਸਣ ਨਿਸ਼ਾਨੀਆਂ ਅੱਜ ਤੱਕ ਪਈਆਂ ਹਨ। ਹੋਏ ਪੁਰਾਤਨ ਨਾਇਨ ਗਰਿਓ, ਕਹਿਣ ਲੱਗੇ ਆਸਣ ਪਿਆ ਹੈ, ਇੰਨੀ ਦੇਰ ਚੀਜ਼ਾਂ ਰਹਿੰਦੀਆਂ ਨਹੀਂ ਹੁੰਦੀਆਂ, ਪਰ ਭਗਤੀ ਦੇ ਪ੍ਰਤਾਪ ਕਰਕੇ ਨਾਸ਼ ਨਹੀਂ ਹੋਇਆ, ਬਚਿਆ ਹੋਇਆ ਹੈ। ਕਰ ਮੰਡਲ ਤੂੰਬੇ ਕੋ ਹੀਰਾ, ਧਿਆਨ ਦੇ ਨਾਲ ਵੇਖਦੇ ਹਨ ਵੀ ਕਰ ਮੰਡਲ ਮਿਲ ਗਿਆ। ਤਿਮਈ ਪਰਿਓ ਮਾ ਤਪ ਕੇਰਾ, ਇਹ ਵੀ ਤਪ ਦੇ ਪ੍ਰਭਾਵ ਕਰਕੇ ਨਿਸ਼ਾਨੀ ਬਚੀ ਰਹੀ। ਬਿਸਮਰਾਏ ਪਿਖ ਕੈ ਸਮੁਦਾਈ। ਸਤਿਗੁਰੂ ਜੀ ਕਹਿੰਦੇ ਭਾਈ ਆ ਸਬੂਤ ਆ, ਹੁਣ ਤੁਸੀਂ ਦੱਸ ਦਿਓ ਵੀ ਤੁਸੀਂ ਦੱਬਿਆ ਇੱਥੇ ਕਰਮੰਡਲ, ਮਾਲਾ ਤੁਸੀਂ ਰੱਖੀ ਹੈ, ਇਹ ਬਰਾਗਣ ਤੁਸੀਂ ਰੱਖੀ ਹੋਈ ਹੈ। ਹੁਣ ਤੁਸੀਂ ਦੱਸੋ ਵੀ ਤੁਹਾਡੀ ਧਰਤੀ ਹੈ, ਤੁਸੀਂ ਦੱਬੀਆਂ ਚੀਜ਼ਾਂ ਇੱਥੇ। ਹੁਣ ਇਸ ਗੱਲ ਨੂੰ ਮੰਨ ਨਹੀਂ ਸਕਦੇ, ਦੱਬੀਆਂ ਤਾਂ ਹੈ ਹੀ ਨਹੀਂ, ਪਤਾ ਹੀ ਨਹੀਂ ਇਸ ਧਰਤੀ ਦੇ ਵਿੱਚ ਇਹ ਕੁਝ ਵੀ ਪਿਆ। ਹੋਰ ਤੁਸੀਂ ਦੱਸ ਦਿਓ ਭਾਈ, ਤੁਹਾਡੀ ਜ਼ਮੀਨ ਹੈ, ਤੁਹਾਡੀ ਜ਼ਮੀਨ ਦੇ ਵਿੱਚੋਂ ਇਹ ਚੀਜ਼ਾਂ ਨਿਕਲ ਰਹੀਆਂ, ਇਹਦਾ ਭਾਵ ਫਿਰ ਤੁਹਾਨੂੰ ਪਤਾ ਹੋਵੇਗਾ ਨਾ ਇਹਦੇ ਬਾਰੇ ਵੀ ਹਾਂ ਇਹ ਚੀਜ਼ਾਂ ਪਈਆਂ ਸੀ ਇੱਥੇ, ਪਰ ਇਹ ਸਬੂਤ ਨਹੀਂ ਦਿੱਤਾ। ਇਹ ਸਬੂਤ ਹੁਣ ਤੁਸੀਂ ਲੈ ਲਓ ਵੀ ਹੁਣ ਤੁਸੀਂ ਦੱਸ ਦਿਓ ਵੀ ਤੁਸੀਂ ਖੇਤੀਬਾੜੀ ਕਰਨ ਵਾਲੇ ਬੰਦੇ, ਇਹ ਮਾਲਾ ਤੁਸੀਂ ਫੇਰ ਦਿੱਤੀ, ਕਰਮੰਡਲ ਤੁਹਾਡਾ ਸੀ, ਬਰਾਗਣ ਤੁਹਾਡੀ ਸੀ, ਤੁਹਾਡਾ ਆਸਣ ਹੈ ਇਹ? ਨਹੀਂ। ਸਾਰੇ ਵੇਖ ਕੇ ਹੈਰਾਨ ਹੋ ਜਾਂਦੇ ਹਨ। ਧੰਨ ਧੰਨ ਗੁਰ ਸਭਨੇ ਅਲਾਈ, ਤੇ ਸਾਰਿਆਂ ਦੀ ਜ਼ੁਬਾਨ ਬੰਦ ਹੋ ਗਈ ਜਿਹੜੇ ਨਾਲ ਗਵਾਹ ਆਏ ਸਨ ਵੀ ਇਹ ਤਾਂ ਜੀ ਜ਼ਮੀਨ ਇਹਨਾਂ ਦੀ ਹੈ, ਤੇ ਜਿਹੜੇ ਭਾਵਨਾ ਵਾਲੇ ਸਨ ਉਹਨਾਂ ਦੀ ਰਸਨਾ ਤੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੀ ਰਸਨਾ ਤੇ ਸਤਿਗੁਰਾਂ ਜੀ ਦਾ ਨਾਮ ਆ ਗਿਆ। ਪ੍ਰੀਤ ਪ੍ਰਤੀਤ ਪਾਈ ਸਭ ਕੇਰੀ। ਹੁਣ ਜਦੋਂ ਸਾਰਾ ਕੁਝ ਅੱਖੀਂ ਵੇਖ ਲਿਆ ਨਾ, ਫਿਰ ਪ੍ਰਤੀਤ ਬਣ ਗਈ, ਯਕੀਨ ਹੋ ਗਿਆ। ਤੇ ਜਦੋਂ ਪ੍ਰਤੀਤ ਹੋ ਗਈ ਤੇ ਫਿਰ ਪ੍ਰੀਤ ਆਪਣੇ ਆਪ ਹੀ ਪੱਕੀ ਹੋ ਜਾਂਦੀ। ਪ੍ਰਤੀਤ ਯਕੀਨ ਪਹਿਲਾਂ ਹੁੰਦਾ, ਪ੍ਰੀਤ ਪ੍ਰੇਮ ਬਾਅਦ ਦੇ ਵਿੱਚ ਬਣਦਾ। ਜੇ ਆਪਣਾ ਯਕੀਨ ਹੀ ਨਹੀਂ ਬਣਦਾ ਤਾਂ ਉੱਥੇ ਰਿਸ਼ਤਾ ਨਹੀਂ ਬਣਦਾ। ਪਹਿਲਾਂ ਆਪਣਾ ਯਕੀਨ ਬਣਦਾ, ਫਿਰ ਰਿਸ਼ਤਾ ਬਣਦਾ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਸਾਨੂੰ ਰੋਜ਼ ਸਿਖਾਉਂਦੇ ਆ ਵੀ ਜਾ ਕੇ ਮਨ ਗੁਰ ਕੀ ਪ੍ਰਤੀਤ, ਤੀਸ ਜਨ ਆਵੇ ਹਰ ਪ੍ਰਭ ਚੀਤ। ਕਹਿੰਦੇ ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਤੇ ਭਰੋਸਾ ਹੈ ਨਾ, ਪ੍ਰਤੀਤ, ਉਹਨਾਂ ਦੀ ਰੱਬ ਨਾਲ ਫਿਰ ਪ੍ਰੀਤ ਬਣਾਉਂਦੀ। ਪਰ ਜੇ ਗੁਰੂ ਤੇ ਯਕੀਨ ਨਹੀਂ ਹੈ, ਫਿਰ ਆਪਾਂ ਕਿਹੜੇ ਪ੍ਰਮਾਤਮਾ ਦੇ ਨਾਲ ਪ੍ਰੀਤ ਦੀਆਂ ਗੱਲਾਂ ਕਰਦੇ ਆਂ ਬਈ? ਗੁਰੂ ਤੇ ਤਾਂ ਯਕੀਨ ਨਹੀਂ ਸਾਡਾ। ਆਗਿਆ ਭਾਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੋਰ ਤੇ ਗੁਰੂ ਨਹੀਂ ਕੋਈ ਹੈ। ਇਹ ਦੇਹ ਕਰਕੇ ਵੀ ਮੰਨਣਾ ਹੈ ਨਾ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਦਸਾਂ ਗੁਰੂਆਂ ਦਾ ਸਰੀਰ ਵੀ ਇਹੀ ਹੈ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ, ਤੇ ਇਸ ਤੋਂ ਵੱਖਰਾ ਨਹੀਂ ਮੰਨਣਾ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕੋਈ ਸਰੀਰ ਵੱਖਰਾ ਨਹੀਂ ਮੰਨਣਾ।
ਵੀ ਮੈਂ ਤਾਂ ਜੀ ਪਹਿਲੇ ਪਾਤਸ਼ਾਹ ਦੇ ਸਰੀਰ ਨੂੰ ਮੰਨਦਾ, ਦੂਏ ਨੂੰ, ਤੀਸਰੇ ਨੂੰ। ਇਹ ਨਹੀਂ ਕੰਮ ਕਰਨਾ ਹੈਗਾ। ਦਸਾਂ ਪਾਤਸ਼ਾਹੀਆਂ ਦੀ ਜੋਤ ਹੈ, ਜੋਤ ਵੀ ਇਹੀ ਹੈ ਤੇ ਸਰਗੁਣ ਨਿਰਗੁਣ ਸਰੂਪ ਵੀ ਇਹੀ ਹੈ। ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਹਨ, ਫਿਰ ਹੋਰ ਤਾਂ ਕੋਈ ਲੋੜ ਹੀ ਨਹੀਂ ਰਹਿ ਜਾਂਦੀ। ਪਰ ਜੇ ਸਾਨੂੰ ਹੋਰ ਕੁਝ ਵੱਖਰਾ ਕਰਨਾ ਪੈ ਰਿਹਾ ਹੈ ਤਾਂ ਫਿਰ ਮੰਨ ਕੇ ਚੱਲਿਓ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਤੇ ਹਲੇ ਭਰੋਸਾ ਨਹੀਂ ਹੈ। ਕਿਉਂਕਿ ਜਿਹੜੇ ਸੁਹਾਗਵਤੀ ਇਸਤਰੀ ਹੁੰਦੀ ਹੈ ਨਾ, ਜਿਨ੍ਹਾਂ ਨਾਮ ਸੁਹਾਗਣੀ ਤਿਨਾ ਝਾਕ ਨਾ ਹੋਰ, ਜਿਹੜੀਆਂ ਖਸਮ ਵਾਲੀਆਂ ਨੇ, ਉਹਨਾਂ ਨੂੰ ਆਪਣੇ ਖਸਮ ਤੋਂ ਬਿਨਾਂ ਹੋਰ ਕਿਸੇ ਦੀ ਝਾਕ ਨਹੀਂ ਹੁੰਦੀ। ਤੇ ਜੇ ਹਾਲੇ ਵੀ ਸਾਡਾ ਕੁਝ ਹੋਰ ਕਰਨਾ ਪੈ ਰਿਹਾ, ਹੋਰ ਪਾਸੇ ਝਾਕ ਹੈ, ਫਿਰ ਆਪਾਂ ਖਸਮ ਵਾਲੇ ਗੁਰਮੁਖੋ ਬਣੇ ਨਹੀਂ ਹੈ, ਹਾਲੇ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਆਪੇ ਬਣੇ ਨਹੀਂ ਹੈ। ਆਓ ਪ੍ਰਤੀਤ ਕਰਵਾ ਦਿੱਤੀ ਸਤਿਗੁਰਾਂ ਜੀ ਨੇ, ਸਭ ਦੀ ਪ੍ਰੀਤੀ ਪੱਕੀ ਹੋ ਗਈ। ਨਮੋ ਕਰੀ ਪਦ ਪਰ ਤਿਸ ਬੇਰੀ। ਬਾਰ ਬਾਰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ। ਦੋਹਰਾ ਸ਼੍ਰੀ ਗੁਰ ਪਤਾ ਦਿਖਾਏ ਕਰ, ਸਭ ਕੋ ਦਿਓ ਸੁਨਾਏ। ਸਤਿਗੁਰਾਂ ਜੀ ਨੇ ਨਿਸ਼ਾਨੀਆਂ ਦੱਸ ਦਿੱਤੀਆਂ ਵੀ ਇਹ ਤੁਹਾਡੀ ਨਹੀਂ ਹੈ, ਕਿਉਂਕਿ ਇਹਦੇ ਥੱਲੇ ਸਬੂਤ ਕੋਈ ਹੋਰ ਪਏ ਨੇ। ਪੂਰੀ ਤਸੱਲੀ ਕਰਵਾ ਕੇ ਫਿਰ ਸਤਿਗੁਰਾਂ ਜੀ ਨੇ ਕਿਹਾ, ਇਕ ਜੋ ਜਨ ਲਗ ਪੂਮ ਕਾ, ਤਪੈ ਤਪੀ ਸਮੁਦਾਏ। ਸਤਿਗੁਰੂ ਜੀ ਕਹਿੰਦੇ ਵੀ 4 ਕੋਹ ਤੱਕ ਇਹ ਜਿਹੜੀ ਧਰਤੀ ਹੈ ਨਾ, ਇਹ ਸਾਰੀ ਧਰਤੀ ਦੇ ਉੱਤੇ ਬਹੁਤ ਤਪਸਵੀਆਂ ਨੇ ਤਪੱਸਿਆ ਕੀਤੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੁਸੀਂ ਸਬੂਤਾਂ ਦੀ ਗੱਲ ਕਰਦੇ ਹੋ, ਫਿਰ 4 ਕੋਹ ਤੱਕ ਵੀ ਅਸੀਂ ਸਬੂਤ ਦੇ ਦਾਂਗੇ ਤੁਹਾਨੂੰ, ਪਰ ਸਾਨੂੰ ਨਹੀਂ ਚਾਹੀਦੀ ਹੈ ਇੰਨੀ, ਸਾਨੂੰ ਤਾਂ ਇਤਨੀ ਕੁ ਚਾਹੀਦੀ ਹੈ। ਤੋ ਸਾਧ ਸੰਗਤ ਜੀ, ਸਬੂਤ ਦੇ ਕੇ ਸਤਿਗੁਰੂ ਜੀ ਫਿਰ ਉਹ ਚੀਜ਼ ਗ੍ਰਹਿਣ ਕਰਦੇ ਆ। ਸਬੂਤ ਹੋਣਾ ਚਾਹੀਦਾ ਹੈ। ਜਿਹੜਾ ਸੰਸਾਰ ਹੈ ਨਾ ਜੀ, ਉਹ ਸਬੂਤ ਨਾਲ ਚੱਲਦਾ ਹੈ। ਸਬੂਤ ਦੇ ਦਿਓ, ਸੱਚੇ ਨੂੰ ਝੂਠਾ ਕਰ ਦਿਓ, ਝੂਠੇ ਨੂੰ ਸੱਚਾ ਕਰ ਦਿਓ, ਕੋਈ ਨਹੀਂ ਪੁੱਛਦਾ। ਪਰ ਕੋਰਟ ਕਹਿੰਦੇ ਜੀ ਸਬੂਤ ਦੇ ਦਿਓ, ਅਸੀਂ ਤਾਂ ਸਬੂਤ ਦੇ ਆਧਾਰ ਤੇ ਫੈਸਲਾ ਦੇਣਾ। ਇਉਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੇ ਸਬੂਤ ਦਿਖਾ ਕੇ ਫਿਰ ਸਾਰਿਆਂ ਨੂੰ ਕਹਿ ਦਿੱਤਾ, ਚੌਪਈ ਸਿੱਖ ਹਮਰੇ ਕੀਰਨ ਸਥਾਨ। ਇਹ ਥਾਂ ਸਤਿਗੁਰੂ ਜੀ ਕਹਿੰਦੇ ਭਾਈ ਪਹਿਲਾਂ ਵੀ ਤਪੱਸਿਆ ਕਰਨ ਵਾਲਿਆਂ ਦੀ ਹੈ, ਧਰਮੀਆਂ ਦੀ ਹੈ, ਹੁਣ ਅੱਗੇ ਵਾਸਤੇ ਵੀ ਇਹ ਧਰਮੀ ਪੁਰਸ਼ਾਂ ਦੀ ਰਹੂਗੀ। ਕਿਉਂਕਿ ਧਰਮ ਦਾ ਤੇ ਧਰਤੀ ਦਾ ਬਹੁਤ ਨੇੜੇ ਦਾ ਸੰਬੰਧ ਹੈ। ਧਰਤੀ ਉਹਦੀ ਹੈ ਜਿਹੜਾ ਧਰਮ ਕਮਾਉਂਦਾ। ਉਹ ਪ੍ਰਕਰਨ ਆਪਾਂ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ। ਬਾਬਾ ਜੀ ਤਾਂ ਮੈਨੂੰ ਸ਼ੁਰੂ ਦੇ ਵਿੱਚ ਹੀ ਕਹਿ ਗਏ ਸੀ ਵੀ 400 ਸਾਲ ਹੈ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਖੀ ਸੁਣਾ ਦਿਓ। ਤੇ ਸਾਧ ਸੰਗਤ ਜੀ, ਜੋ ਮਰਿਆਦਾ ਹੈ ਅਸਥਾਨ ਦੀ, ਉਹਦੇ ਵਿੱਚ ਹੀ ਰਹਿਣਾ ਪੈਂਦਾ ਹੈ। ਜੋ ਇਤਿਹਾਸ ਦੀ ਮਰਿਆਦਾ ਚੱਲ ਰਹੀ ਹੈ ਨਾ ਲੜੀਵਾਰ, ਉਹ ਜ਼ਰੂਰੀ ਹੈ। ਬਾਕੀ ਆਪਾਂ ਗੁਰੂ ਦੀ ਵਡਿਆਈ ਕਰਨੀ ਆ। ਗੁਰੂ ਗੁਰੂ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦਸਾਂ ਪਾਤਸ਼ਾਹ ਜੋਤ ਗੁਰੂ ਗ੍ਰੰਥ ਸਾਹਿਬ ਜੀ, ਕੋਈ ਅੰਤਰ ਨਹੀਂ ਹੈ ਕਿਸੇ ਗੁਰੂ ਦੇ ਵਿੱਚ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਤੁਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ। ਉਹੀ ਜੋਤ ਹੈ, ਉਹੀ ਜੁਗਤ ਹੈ। ਜੋਤ ਤੇ ਜੁਗਤ ਉਹੀ ਹੈ, ਤੇ ਕੋਈ ਫਰਕ ਨਹੀਂ ਹੈ। ਹੁਣ ਆਪਾਂ 400 ਸਾਲੇ ਦੀ ਗੱਲ ਕਰਦੇ ਹਾਂ। ਪਹਿਲਾਂ ਤਾਂ ਸਮਝ ਲਿਓ ਗੁਰੂ ਨੂੰ, ਕਿ ਬਾਣੀ ਨੇ ਕੀ ਕਿਹਾ ਵੀ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਹੈ, ਤੇ ਗੁਰੂ ਤੇ ਬਾਣੀ ਦੋਵਾਂ ਵਿੱਚ ਕੋਈ ਫਰਕ ਨਹੀਂ। ਫਿਰ ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਸਾਰੀਆਂ ਸਿਮਰਤੀਆਂ ਨੂੰ, ਵੇਦਾਂ ਨੂੰ ਸੋਧ ਕੇ ਵਿਚਾਰ ਦਿੱਤਾ ਹੈ ਕਿ ਗੁਰੂ ਤੇ ਪਰਮੇਸ਼ਰ ਦੇ ਵਿੱਚ ਫਰਕ ਨਹੀਂ ਹੈ। ਫਰਕ ਨਹੀਂ ਨਾ ਗੁਰੂ ਤੇ ਪ੍ਰਮਾਤਮਾ 'ਚ। ਤੇ ਇਹ ਵੀ ਚੇਤੇ ਰੱਖਿਓ ਵੀ ਜੇ ਸਮਾਂ ਗੁਰੂ ਤੇ ਲਾਗੂ ਨਹੀਂ ਹੁੰਦਾ, ਪਰਮਾਤਮਾ ਤੇ ਨਹੀਂ ਲਾਗੂ ਹੁੰਦਾ, ਤੇ ਗੁਰੂ ਤੇ ਵੀ ਸਮਾਂ ਨਹੀਂ ਲਾਗੂ ਹੁੰਦਾ।
ਨਾ ਗੁਰੂ ਤੇ ਸਮਾਂ ਤੇ ਨਾ ਪ੍ਰਮਾਤਮਾ ਤੇ। ਤਾਂ ਫਿਰ ਇਹ 400 ਸਾਲ ਆਪਣੇ ਹੈ, ਇਹਨਾਂ ਦਾ ਸੰਬੰਧ ਗੁਰੂ ਤੇਗ ਬਹਾਦਰ ਸਾਹਿਬ ਨਾਲ ਕੋਈ ਨਹੀਂ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਆਪਣਾ ਸੰਬੰਧ ਹੈ ਗੁਰੂ ਤੇਗ ਬਹਾਦਰ ਸਾਹਿਬ ਨਾਲ। ਗੁਰੂ ਤੇਗ ਬਹਾਦਰ ਸਾਹਿਬ ਜੀ ਉਹੀ ਨੇ ਜਿਹੜੇ ਅੱਜ 400 ਸਾਲ ਪਹਿਲਾਂ ਸੀ, ਹੁਣ ਵੀ ਨੇ, ਔਰ ਜਦੋਂ ਤੱਕ ਸੰਸਾਰ ਰਹਿਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਉਹੀ ਰਹਿਣਾ ਜੋ ਹਨ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਹ ਭਰਮ ਵਿੱਚ ਨਹੀਂ ਪੈਣਾ ਵੀ ਆਪਾਂ 400 ਸਾਲ ਦੇ ਨਾਲ ਗੁਰੂ ਨੂੰ ਕੋਈ ਵੱਡਾ ਕਰ ਦਾਂਗੇ ਜਾਂ ਆਪਾਂ ਵੱਡੇ ਹੋ ਜਾਾਂਗੇ। ਸਤਿਗੁਰੂ ਜੀ ਸਮੇਂ ਦੇ ਵਿੱਚ ਨਹੀਂ ਹਨ। ਸਵਾਓ ਇਤਿਹਾਸ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ। 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਸਤਿਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਤੇ ਸਤਿਗੁਰਾਂ ਜੀ ਦੇ 3 ਮਹਿਲ ਨੇ। ਸਭ ਤੋਂ ਪਹਿਲਾਂ ਮਾਤਾ ਦਮੋਦਰੀ ਜੀ ਨੇ, ਜਿਨ੍ਹਾਂ ਦੀ ਕੁੱਖੋਂ ਬਾਬਾ ਗੁਰਦਿੱਤਾ ਜੀ ਤੇ ਬੀਬੀ ਬੀਰੋ ਜੀ ਦਾ ਆਗਮਨ ਹੋਇਆ। ਮਾਤਾ ਦਮੋਦਰੀ ਜੀ ਦੀ ਕੁੱਖੋਂ ਬਾਬਾ ਗੁਰਦਿੱਤਾ ਜੀ ਤੇ ਬੀਬੀ ਬੀਰੋ ਜੀ। ਦੂਸਰੇ ਥਾਂ ਤੇ ਆਉਂਦੇ ਨੇ ਮਾਤਾ ਮਰਵਾਹੀ ਜੀ। ਉਹਨਾਂ ਦੀ ਕੁੱਖੋਂ ਸੂਰਜ ਮੱਲ ਤੇ ਅਣੀ ਰਾਏ ਦਾ ਜਨਮ ਹੋਇਆ। ਤੀਸਰੇ ਮਾਤਾ ਹਨ ਮਾਤਾ ਨਾਨਕੀ ਜੀ, ਜਿਨ੍ਹਾਂ ਦੀ ਕੁੱਖੋਂ ਬਾਬਾ ਅਟਲ ਰਾਏ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ। ਸਤਿ ਸ੍ਰੀ ਅਕਾਲ। ਸ਼੍ਰੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ। ਗੁਰੂ ਅੰਗਦ ਦੇਵ ਜੀ ਇੱਥੇ ਆਏ, ਗੁਰੂ ਅਮਰਦਾਸ ਜੀ ਆਏ, ਗੁਰੂ ਰਾਮਦਾਸ ਜੀ ਨੇ ਵਸਾਇਆ, ਗੁਰੂ ਅਰਜਨ ਦੇਵ ਜੀ ਨੇ ਵਿਸਤਾਰ ਕੀਤਾ, 6ਵੇਂ ਪਾਤਸ਼ਾਹ ਜੀ ਇੱਥੇ ਰਹੇ। ਪਰ ਇਸ ਧਰਤੀ ਦੇ ਉੱਤੇ ਪ੍ਰਕਾਸ਼ ਜਿਹੜਾ ਕੇਵਲ ਇੱਕੋ ਹੀ ਗੁਰੂ ਦਾ ਹੋਇਆ ਹੈ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਇਸ ਧਰਤੀ ਨੂੰ ਸਤਿਗੁਰਾਂ ਜੀ ਨੇ ਭਾਗ ਲਾਏ। ਸਮਾਂ 1621 ਤੇ 2021, ਜਿਹਨੂੰ ਆਪਾਂ 400 ਸਾਲਾ ਕਹਿੰਦੇ ਆ, ਸ਼ਤਾਬਦੀ ਕਹਿੰਦੇ ਆ। 400 ਸਾਲ ਪਹਿਲਾਂ ਹੁਣ ਬਾਬਾ ਅਟਲ ਰਾਏ ਜੀ ਛੋਟੀ ਉਮਰ ਦੇ ਵਿੱਚ ਸਰੀਰ ਛੱਡ ਗਏ, ਆਪਣੇ ਮਿੱਤਰ ਮੋਹਣ ਨੂੰ ਜਿਉਂਦਾ ਕਰਨ ਕਰਕੇ। ਤੇ ਹੁਣ ਮਾਤਾ ਨਾਨਕੀ ਜੀ, ਜਿਨ੍ਹਾਂ ਦੇ ਪੁੱਤਰ ਨੇ ਸਰੀਰ ਤਿਆਗਿਆ, ਮਾਂ ਦਾ ਮੋਹ ਤੇ ਮੋਹ ਹੀ ਹੁੰਦਾ ਹੈ, ਤੇ ਹੁਣ ਉਹਨਾਂ ਦੇ ਘਰੇ ਆਉਣਾ ਕੀਤਾ ਪਰਮੇਸ਼ਰ ਨੇ ਆਪ। ਇਤਿਹਾਸਕਾਰ ਕਹਿੰਦੇ ਵੀ ਸਤਿਗੁਰਾਂ ਜੀ ਨੂੰ ਇਹ ਖਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਿਲੀ। ਸਿੱਖ ਨੇ ਜਾ ਕੇ ਕੰਨ ਦੇ ਵਿੱਚ ਕਿਹਾ ਵੀ ਪਾਤਸ਼ਾਹ ਆਪ ਜੀ ਦੇ ਘਰੇ ਸਾਹਿਬਜ਼ਾਦੇ ਦਾ ਆਗਮਨ ਹੋਇਆ। ਜਿਹੜੀ ਆਸਾ ਕੀ ਵਾਰ ਦੀ ਸਮਾਪਤੀ ਦੀ ਅਰਦਾਸ, ਉਹਦੇ ਵਿੱਚ ਹੀ ਸਤਿਗੁਰੂ ਜੀ ਸ਼ੁਕਰਾਨਾ ਕਰਕੇ ਆਪਣੇ ਘਰੇ ਜਾਂਦੇ ਨੇ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਮਹਿਲਾਂ ਦੇ ਵਿੱਚ ਪਹੁੰਚੇ, ਗੁਰੂ ਕੇ ਮਹਿਲ ਘਰੇ, ਤੇ ਸਤਿਗੁਰਾਂ ਜੀ ਨੇ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਦੀ ਇੱਛਾ ਕੀਤੀ ਵੀ ਸਾਹਿਬਜ਼ਾਦੇ ਦੇ ਦਰਸ਼ਨ ਕਰਾਓ ਬਈ। ਸਾਰੇ ਗੁਰੂਆਂ ਦੇ ਸੁਪੁੱਤਰ ਸਾਹਿਬਜ਼ਾਦੇ ਨੇ, ਸਾਰੇ ਗੁਰੂਆਂ ਦੇ। ਤਾਂ ਗੁਰੂ ਪਾਤਸ਼ਾਹ ਜੀ ਨੇ ਮੱਥੇ ਨੂੰ ਚੁੰਮਿਆ, ਅਸੀਸਾਂ ਦਿੱਤੀਆਂ, ਪਰ ਉਸ ਵਕਤ ਕਿਸੇ ਦਾ ਧਿਆਨ ਨਹੀਂ ਸੀ ਗਿਆ, ਕੇਵਲ ਭਾਈ ਬਿਧੀ ਚੰਦ ਜੀ ਦਾ ਧਿਆਨ ਸੀ। ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਤੇ ਹੁਣ ਸਿੱਖ ਹਰ ਇੱਕ ਗੱਲ ਜਿਹੜੀ ਉਹ ਗੁਰੂ ਨੂੰ ਪੁੱਛ ਸਕਦਾ ਹੈ, ਕੋਈ ਪਾਬੰਦੀ ਨਹੀਂ, ਕੋਈ ਗੱਲ ਆਪਣੇ ਗੁਰੂ ਨਾਲ ਅਸੀਂ ਕਰ ਸਕਦੇ। ਆਪਾਂ ਬਹਿੰਦੇ ਨਹੀਂ ਹੈ ਗੁਰੂ ਦੇ, ਕੋਈ ਗੱਲਾਂ ਕੀ ਕਰਨੀਆਂ, ਆਪਾਂ ਗੱਲਾਂ ਕਰਦੇ ਹਾਂ ਆਪਣਿਆਂ ਦੇ ਨਾਲ। ਸੁਣਨ ਵਾਲਾ ਚਾਹੀਦਾ, ਬੋਲਣ ਵਾਲਾ ਕੋਈ ਨਹੀਂ ਚਾਹੀਦਾ ਅੱਗੇ ਤੋਂ। ਠੀਕ ਹੈ, ਗੁਰੂ ਨਾਲ ਗੱਲਾਂ ਕਰੀਏ। ਹੁਣ ਭਾਈ ਬਿਧੀ ਚੰਦ ਜੀ ਪੁੱਛਦੇ ਆ ਵੀ ਪਾਤਸ਼ਾਹ ਵੀ ਆਪ ਜੀ ਚਰਨ ਪੜੋਸ ਕੇ ਸਾਹਿਬਜ਼ਾਦੇ ਦੇ ਮੱਥੇ ਨੂੰ ਹੱਥ ਲਾਈ ਜਾਂਦੇ,
ਇਹ ਪਹਿਲੀ ਵਾਰੀ ਹੈ ਵੀ ਤੁਸੀਂ ਆਪਣੇ ਸਾਹਿਬਜ਼ਾਦੇ ਦੇ ਨਾਲ ਇਸ ਤਰ੍ਹਾਂ ਕਰ ਰਹੇ ਹੋ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਭੇਦ ਇਹ ਨੌਵੇਂ ਥਾਂ ਤੇ ਜੋਤ ਇਹਨਾਂ ਦੇ ਅੰਦਰ ਟਿਕਣੀ ਹੈ। ਇਸ ਤੋਂ ਵੀ ਅਗਲੀ ਗੱਲ ਕਿ ਜਿਹੜਾ ਇਹਨਾਂ ਦੇ ਘਰੇ ਆਉਣਾ 10ਵਾਂ ਪਾਤਸ਼ਾਹ, 10ਵੀਂ ਜੋਤ ਵੀ ਇਹਨਾਂ ਤੋਂ ਅੱਗੇ ਚੱਲਣੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਕਹਿੰਦੇ 4 ਸਰੂਪ ਹਲੇ ਅਸੀਂ ਹੋਰ ਧਾਰਨ ਕਰਨੇ ਆ ਕਿ ਉਹਨਾਂ 4 ਸਰੂਪਾਂ ਦੇ ਵਿੱਚ 9ਵੀਂ ਜੋਤ ਇਹਨਾਂ ਦੇ ਅੰਦਰ ਹੋਵੇਗੀ। ਇਹ ਸਾਧ ਸੰਗਤ ਜੀ ਇਹ ਗੱਲਾਂ ਨੇ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਦਸੀਆਂ। ਸਮਾਂ ਆਪਣੀ ਚਾਲ ਚੱਲਦਾ ਰਹਿੰਦਾ। ਕੁਝ ਇਤਿਹਾਸਕਾਰਾਂ ਨੇ ਕਿਹਾ ਵੀ ਗੁਰੂ ਜੀ ਦਾ ਪਹਿਲਾ ਨਾਮ ਤਿਆਗਮੱਲ ਸੀ, ਬਾਅਦ ਚ ਤੇਗ ਬਹਾਦਰ ਰੱਖਿਆ। ਚਲੋ ਜਿਵੇਂ ਅਸੀਂ ਪੜ੍ਹਦੇ ਹਾਂ ਅਸੀਂ ਵੀ ਉਸ ਤਰ੍ਹਾਂ ਹੀ ਸੁਣਾਉਣਾ ਹੁੰਦਾ। ਹੁਣ ਅਸੀਂ ਕਿਹੜੇ ਕੁਝ ਆਪਣੀ ਸਰਚ ਹੁੰਦੀ, ਕੋਈ ਪੋਥੀਆਂ ਨੇ ਉਹੀ ਹਵਾਲੇ ਨੇ। ਪਰ ਹੁਣ ਇੱਥੇ ਸਮਝ ਕੀ ਆਈ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਬਦਲਿਆ ਜਾਂਦਾ ਹੈ ਤਾਂ ਫਿਰ ਗੁਰਬਾਣੀ ਕਹਿੰਦੀ ਹੈ ਵੀ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਭੁੱਲ ਹੈ, ਗੁਰੂ ਨੂੰ 2 ਵਾਰੀ ਨਾਮ ਰੱਖਣ ਦੀ ਕੋਈ ਲੋੜ ਨਹੀਂ। ਉਦੋਂ ਹੀ ਤੇਗ ਬਹਾਦਰ ਰੱਖਿਆ ਸੀ ਤੇ ਉਹ ਤੇਗ ਬਹਾਦਰੀ ਚੱਲਿਆ ਆ ਰਿਹਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਉਹਨਾਂ ਨੇ ਆਪਣਾ ਤੇਗਾ ਵਾਹ ਕੇ ਫਿਰ ਕਰਤਾਰਪੁਰ ਦੀ ਧਰਤੀ ਤੇ ਦਿਖਾ ਵੀ ਦਿੱਤਾ ਹੈ ਵੀ ਉਹ ਤੇਗ ਬਹਾਦਰ ਨੇ, ਵਾਕਈ ਤੇਗ ਦੇ ਧਨੀ ਨੇ। ਜਦੋਂ ਗੁਰੂ ਪਾਤਸ਼ਾਹ ਜੀ ਨੂੰ ਦੱਸਿਆ ਉਹਨਾਂ ਨੇ ਕਿਹਾ ਵਾਕਈ ਤੇਗ ਦੇ ਧਨੀ ਨੇ, ਤੇਗ ਵਾਹੀ ਇਹਨਾਂ ਨੇ। ਹੁਣ ਇੱਥੇ ਕਰਤਾਰਪੁਰ ਦੇ ਯੁੱਧ ਤੋਂ ਬਾਅਦ ਸਤਿਗੁਰੂ ਜੀ ਫਿਰ ਕੀਰਤਪੁਰ ਸਾਹਿਬ ਦੇ ਵਿੱਚ ਆ ਜਾਂਦੇ ਆ ਆਪਣੇ ਪਰਿਵਾਰ ਨੂੰ ਲੈ ਕੇ। ਕਰਤਾਰਪੁਰ ਦੇ ਵਿੱਚ ਹੀ ਭਾਈ ਲਾਲ ਚੰਦ ਆਉਂਦਾ ਹੈ, ਉਹਨਾਂ ਦਾ ਪਿਛੋਕੜ ਲਖਨੌਰ ਸਾਹਿਬ ਦੇ ਨਾਲ, ਪਰ ਵਸੇ ਕਰਤਾਰਪੁਰ ਦੇ ਵਿੱਚ। ਉਹਨਾਂ ਨੇ ਆ ਕੇ ਬੇਨਤੀ ਕੀਤੀ ਪਾਤਸ਼ਾਹ ਵੀ ਜਿਹੜੀ ਬੇਟੀ ਆ ਤੁਹਾਡੇ ਘਰ ਦੇ ਵਿੱਚ ਦਾਸੀ ਬਣਾਉਣਾ ਚਾਹੁੰਦਾ ਹੈ, ਆਪਣੇ ਸਾਹਿਬਜ਼ਾਦੇ ਵਾਸਤੇ ਰਿਸ਼ਤਾ ਲੈ ਲਓ। ਸਤਿਗੁਰਾਂ ਜੀ ਨੇ ਅਣੀ ਰਾਏ ਦੇ ਕੋਲ ਸੁਨੇਹਾ ਭੇਜਿਆ ਕਿਉਂਕਿ ਵੱਡੇ ਸਨ ਅਣੀ ਰਾਏ ਜੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਰਿਵਾਰ ਦੇ ਵਿੱਚ ਭੈਣਾਂ ਭਰਾਵਾਂ ਦੇ ਵਿੱਚ ਸਭ ਤੋਂ ਛੋਟੇ ਨੇ ਤੇ ਅਣੀ ਰਾਏ ਵੱਡਾ ਸੀ। ਅਣੀ ਰਾਏ ਨੇ ਕਿਹਾ ਜੀ ਮੈਂ ਮੋਹ ਮਮਤਾ ਦੇ ਵਿੱਚ ਫਸਣਾ ਨਹੀਂ ਚਾਹੁੰਦਾ। ਉਹਨੇ ਜਵਾਬ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਵੀ ਲਾਲ ਚੰਦ ਵੀ ਸਾਡਾ ਵੱਡਾ ਪੁੱਤਰ ਤੇ ਭਾਈ ਜਵਾਬ ਦੇ ਗਿਆ, ਕਹਿੰਦਾ ਵੀ ਮੈਂ ਤਾਂ ਵਿਆਹ ਕਰਾਉਣਾ ਨਹੀਂ ਹੈ, ਹੁਣ ਤੂੰ ਦੱਸ। ਉਹ ਕਹਿੰਦਾ ਮਹਾਰਾਜ ਵੀ ਕੋਈ ਹੋਵੇ ਤੁਹਾਡਾ ਸਾਹਿਬਜ਼ਾਦਾ, ਵੱਡਾ ਹੋਵੇ ਛੋਟਾ ਹੋਵੇ, ਵਿਆਹ ਹੋਵੇ ਅਣਵਿਆਹਿਆ ਹੋਵੇ, ਮੈਨੂੰ ਇਹਨਾਂ ਗੱਲਾਂ ਨਾਲ ਲੈਣਾ ਦੇਣਾ ਨਹੀਂ ਹੈ। ਮੈਂ ਤਾਂ ਆਪਣੀ ਬੇਟੀ ਤੁਹਾਡੇ ਘਰ ਦੇ ਵਿੱਚ ਅਰਪਣ ਕਰਨੀ ਹੈ, ਜਿੱਥੇ ਮਰਜ਼ੀ ਰੱਖੋ। ਸਾਧ ਸੰਗਤ ਜੀ ਸਿੱਖਾਂ ਦੀ ਇਹ ਭਾਵਨਾ ਗੁਰੂ ਤੇ ਉਹਨਾਂ ਨੇ ਆਪਣਾ ਸਭ ਕੁਝ ਸਤਿਗੁਰਾਂ ਜੀ ਤੋਂ ਕੁਰਬਾਨ ਕੀਤਾ ਹੋਇਆ ਹੈ। ਫਿਰ ਸੁਨੇਹਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ। ਅੱਗੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੀ ਕਹਿੰਦੇ ਆ? ਕਹਿੰਦੇ ਵੀ ਦੇਖੋ ਵਿਆਹ ਕਰਨਾ ਇਹ ਮਾਤਾ ਪਿਤਾ ਦੀ ਮਰਜ਼ੀ ਹੁੰਦੀ ਹੈ। ਜੇ ਉਹ ਵਿਆਹ ਕਰਦੇ ਨੇ ਤਾਂ ਅਸੀਂ ਨਾ ਨਹੀਂ ਕਰਦੇ, ਜੇ ਉਹ ਨਹੀਂ ਕਰਦੇ ਤੇ ਅਸੀਂ ਕਹਿੰਦੇ ਨਹੀਂ ਵੀ ਵਿਆਹ ਕਰ ਦਿਓ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਗੱਲਾਂ ਕੋਈ ਸਿੱਖਿਆ ਨਹੀਂ ਜਾਂਦੀਆਂ, ਧੁਰੋਂ ਹੀ ਮਾਲਕ ਦੀ ਬਖਸ਼ਿਸ਼ ਹੁੰਦੀ। ਤਾਂ ਗੁਰੂ ਪਾਤਸ਼ਾਹ ਜੀ ਨੇ ਫਿਰ ਇਹ ਮਾਤਾ ਗੋਜਰੀ ਜੀ ਦਾ ਰਿਸ਼ਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਈ ਲੈ ਲਿਆ, ਉੱਥੇ ਹੀ ਸ਼ਾਦੀ ਕਰਤੀ। ਹੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆ ਜਾਂਦੇ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ, ਪਰਿਵਾਰ ਨਾਲ ਹੀ ਹੈ ਸਾਰਾ। ਬਾਬਾ ਅਟਲ ਰਾਏ ਜੀ ਪਹਿਲਾਂ ਸਰੀਰ ਛੱਡ ਗਏ ਤੇ ਬਾਬਾ ਗੁਰਦਿੱਤਾ ਜੀ ਨੂੰ ਇੱਥੇ ਸਰੀਰ ਛੱਡਣਾ ਪਿਆ ਵੀ ਗਾਂ ਕਿਉਂ ਜਿਉਂਦੀ ਕੀਤੀ। ਤੇ ਹੁਣ ਸਤਿਗੁਰਾਂ ਜੀ ਨੇ ਆਪਣੇ ਪਾਲਣ ਪੋਸ਼ਣ ਕੀਤਾ ਆਪਣੇ ਪੋਤਰੇ ਗੁਰੂ ਹਰ ਰਾਏ ਸਾਹਿਬ ਜੀ ਦਾ। ਤੇ ਜਦੋਂ ਖਰੇ ਉਤਰੇ ਫਿਰ ਗੁਰਿਆਈ ਵੀ ਉਹਨਾਂ ਨੂੰ ਦੇਤੀ। ਹੁਣ ਜਦੋਂ ਗੁਰਿਆਈ ਦਿੱਤੀ ਤਾਂ ਪਰਿਵਾਰ ਦੇ ਵਿੱਚ ਸੁਭਾਵਕ ਸੀ ਗੱਲ ਚੱਲਣੀ। ਤਾਂ ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਘਰੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਏ ਤੇ ਮਾਤਾ ਨਾਨਕੀ ਜੀ ਉੱਥੇ ਪ੍ਰਸ਼ਾਦਾ ਛਕਾਉਂਦੇ ਨੇ ਤੇ ਨਾਲ ਕਈ ਵਾਰੀ ਹੌਂਕਾ ਲੈ ਲੈਂਦੇ। ਸਤਿਗੁਰਾਂ ਜੀ ਨੇ ਪੁੱਛ ਲਿਆ ਵੀ ਨਾਨਕੀ ਗੱਲ ਕੀ ਹੈ, ਖੁਸ਼ ਨਹੀਂ ਹੈ ਤੂੰ?
ਕਹਿੰਦੇ ਨਹੀਂ ਪਾਤਸ਼ਾਹ ਤੁਹਾਡੀ ਰਜ਼ਾ 'ਚ ਖੁਸ਼ ਹੈ। ਕਹਿੰਦੇ ਫਿਰ ਇਹ ਕੀ ਗੱਲ ਹੈ, ਆਂਸੂ ਪੂੰਝੀ ਜਾਂਦੇ ਹੋ। ਮਾਤਾ ਨਾਨਕੀ ਕਹਿਣ ਲੱਗੇ ਪਾਤਸ਼ਾਹ ਵੀ ਤੁਸੀਂ ਪਿਆਰ ਤਾਂ ਬਹੁਤ ਕਰਦੇ ਹੋ ਮੇਰੇ ਪੁੱਤਰ ਦੇ ਨਾਲ, ਬਾਕੀ ਸਾਰਿਆਂ ਨਾਲੋਂ ਜ਼ਿਆਦਾ, ਪਰ ਮੇਰਾ ਪੁੱਤਰ ਨਾ ਸੁਭਾਅ ਪੱਖੋਂ ਭੋਲਾ ਹੈ, ਸੁਭਾਅ ਪੱਖੋਂ ਭੋਲਾ ਹੈ। ਇਹ ਕਿਸੇ ਵੀ ਮਸੰਦ ਦੇ ਨਾਲ ਨਹੀਂ ਗੱਲ ਕਰਦਾ। ਠੀਕ ਹੈ ਤੁਹਾਨੂੰ ਉਹਨੂੰ ਕਿਰਤ ਵਿਰਤ ਸਿਖਾਈ ਹੈ, ਪਰ ਇਹਦੀ ਰੁਚੀ ਕੋਈ ਨਹੀਂ ਹੈ ਕਿਰਤ ਵਿਰਤ ਦੇ ਵਿੱਚ ਉਧਰੋਂ ਵੀ। ਤੇ ਹੁਣ ਮੇਰਾ ਕਈ ਵਾਰੀ ਧਿਆਨ ਚਲਿਆ ਜਾਂਦਾ ਹੈ ਵੀ ਮੇਰੇ ਲਈ ਇਹਦੇ ਨਾਲ ਕੱਟਣਾ ਬਹੁਤ ਔਖਾ ਹੋ ਜਾਣਾ, ਸੁਭਾਅ ਪੱਖੋਂ ਭੋਲਾ ਇਹ, ਸਾਓ ਇੰਨਾ ਵੀ ਮੇਰੀ ਸਲਾਹ ਹੈ ਵੀ ਮੈਂ ਤੁਹਾਡੇ ਨਾਲ ਹੀ ਨਾ ਚੱਲਾਂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਨਾਨਕੀ ਨਹੀਂ, ਆਪਣੇ ਆਪਣੇ ਸਮੇਂ ਮੁਤਾਬਕ ਸਾਰਿਆਂ ਨੇ ਜਾਣਾ, ਬਾਕੀ ਤੂੰ ਸਾਡੇ ਕੋਲ ਹੀ ਹੈ। ਪ੍ਰਸ਼ਾਦਾ ਛਕ ਲਿਆ, ਰੁਮਾਲ ਦੇ ਨਾਲ ਹੱਥ ਪੂੰਝ ਲਏ, ਤੇ ਗੁਰੂ ਪਾਤਸ਼ਾਹ ਜੀ ਨੇ ਰੁਮਾਲ ਤੇ ਕਟਾਰ ਤੇ ਇੱਕ ਕਮਰ ਕਸੇ ਦੀ ਪੋਥੀ, ਆ ਤਿੰਨ ਚੀਜ਼ਾਂ ਪਾਤਸ਼ਾਹ ਜੀ ਨੇ ਕਿਹਾ ਨਾਨਕੀ ਨੂੰ। ਕਹਿਣ ਲੱਗੇ ਨਾਨਕੀ ਇਹ ਤੇਰੇ ਪੁੱਤਰ ਦੀ ਗੁਰਿਆਈ ਪੱਕੀ ਹੈ, ਤੇਰਾ ਪੁੱਤਰ ਗੁਰੂ ਪੱਕਾ ਬਣੇਗਾ ਤੇ ਇਹ ਭੇਟਾ ਉਦੋਂ ਹੀ ਕਰਨੀਆਂ ਨੇ ਜਦੋਂ ਤੇਰਾ ਪੁੱਤਰ ਗੁਰੂ ਬਣ ਜਾਏਗਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ। ਤੇਰਾ ਪੁੱਤਰ ਪੱਕਾ ਗੁਰੂ ਹੈ, ਤੂੰ ਤਾਂ ਇੰਨੇ ਭਾਗਾਂ ਵਾਲੀਆਂ ਨਾਨਕੀ, ਜਿਹਨੇ 10ਵਾਂ ਗੁਰੂ ਬਣਨਾ ਉਹਨੂੰ ਤੂੰ ਖੜਾ ਕੇ ਫਿਰ ਸਾਡੇ ਕੋਲ ਆਏਂਗੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਖਸ਼ਿਸ਼ਾਂ ਕੀਤੀਆਂ 1652 ਦੇ ਵਿੱਚ। ਹੁਣ ਗੁਰੂ ਪਾਤਸ਼ਾਹ ਜੀ ਨੂੰ ਮਾਤਾ ਜੀ ਨੇ ਪੁੱਛਿਆ ਵੀ ਮੈਂ ਹੁਣ ਇੱਥੇ ਰਹਾਂ ਜਾਂ ਪੇਕੇ ਚਲੀ ਜਾਵਾਂ। ਸਤਿਗੁਰੂ ਜੀ ਕਹਿੰਦੇ ਵੀ ਇਹ ਤੇਰੀ ਮਰਜ਼ੀ ਹੈ, ਇੱਥੇ ਰਹਿਣਾ ਤਾਂ ਵੀ ਤੇਰਾ ਘਰ ਹੈ, ਪੇਕੇ ਜਾਣਾ ਤਾਂ ਵੀ ਤੇਰੀ ਮਰਜ਼ੀ ਹੈ, ਕਿਉਂਕਿ ਮਾਤਾ ਜੀ ਦੇ ਜਿਹੜੇ ਪੇਕੇ ਸਨ ਉਹ ਬਕਾਲੇ ਰਹਿੰਦੇ ਸਨ। ਤਾਂ ਉਹਨਾਂ ਨੇ ਕਿਹਾ ਵੀ ਪਾਤਸ਼ਾਹ ਮੇਰੀ ਇੱਛਾ ਵੀ ਮੈਂ ਪੇਕੇ ਚਲੀ ਜਾਵਾਂ। ਸਤਿਗੁਰੂ ਜੀ ਕਹਿੰਦੇ ਵੀ ਤੇਰੀ ਮਰਜ਼ੀ। ਗੁਰੂ ਜੀ ਕਿਸੇ ਨੂੰ ਮਜਬੂਰ ਨਹੀਂ ਕਰਦੇ ਵੀ ਤੁਸੀਂ ਇਸ ਤਰ੍ਹਾਂ ਕਰੋ। ਪਾਤਸ਼ਾਹ ਜੀ ਦੋਵੇਂ ਪੱਖ ਸਾਡੇ ਸਾਹਮਣੇ ਰੱਖ ਦਿੰਨੇ ਆ ਵੀ ਭਾਈ ਇਹ ਹੁਣ ਤੁਸੀਂ ਦੇਖੋ ਵੀ ਤੁਹਾਡਾ ਭਲਾ ਕਿਹਦੇ 'ਚ ਹੁੰਦਾ ਹੈ, ਇਹ ਤੁਸੀਂ ਵੇਖੋ, ਕਿਉਂਕਿ ਆਪਾਂ ਕਰਮਾਂ ਦੇ ਵਿੱਚ ਆ, ਗੁਰੂ ਦੇ ਉੱਤੇ ਸਾਡੇ ਕਰਮ ਦਾ ਕੋਈ ਅਸਰ ਨਹੀਂ। ਸਤਿਗੁਰਾਂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਨਾਨਕੀ ਜੀ ਆਪਣੇ ਪੇਕੇ ਘਰੇ ਆ ਜਾਂਦੇ ਆ, ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਆਪਣੀ ਨੂੰ ਗੁਜਰੀ ਨੂੰ ਲੈ ਕੇ। ਹੁਣ ਇੱਥੇ ਜਿਹੜਾ ਸਮਾਂ ਉਹ ਬੜਾ ਲੰਮਾ ਸਮਾਂ ਬਤੀਤ ਹੁੰਦਾ ਹੈ, ਤਕਰੀਬਨ 22 ਸਾਲ ਬਣ ਜਾਂਦੇ ਨੇ। 22 ਸਾਲ ਦਾ ਸਮਾਂ ਇੱਥੇ ਗੁਜ਼ਾਰਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਕਾਲੇ ਦੀ ਧਰਤੀ ਤੇ, ਆਪਣੇ ਨਾਨਕੇ ਪਿੰਡ ਦੇ ਵਿੱਚ। ਇੱਥੇ ਸਤਿਗੁਰੂ ਜੀ ਰਹੇ ਤੇ ਉੱਥੇ ਸੇਵਾ ਮਾਤਾ ਗੁਜਰੀ ਜੀ ਕਰਦੇ ਰਹੇ ਤੇ ਸਤਿਗੁਰਾਂ ਜੀ ਦੇ ਮਾਤਾ ਨਾਨਕੀ ਜੀ। ਬਹੁਤ ਘੱਟ ਸੁਭਾਅ ਸੀ ਸਤਿਗੁਰਾਂ ਜੀ ਦਾ ਬਾਹਰ ਵਿਚਰਨ ਦਾ, ਬਹੁਤਾ ਸਮਾਂ ਸਤਿਗੁਰੂ ਜੀ ਭਜਨ ਬੰਦਗੀ ਦੇ ਵਿੱਚ ਹੀ ਲੀਨ ਰਹਿੰਦੇ। ਕਿਤੇ ਕਿਤੇ ਆਪਣੀ ਮੌਜ ਦੇ ਵਿੱਚ ਜਾਣਾ ਸੈਰ ਕਰਨ, ਤੇ ਸਾਧ ਸੰਗਤ ਜੀ ਸਮਾਂ ਆਪਣੀ ਚਾਲ ਚੱਲਿਆ। 8ਵੇਂ ਪਾਤਸ਼ਾਹ ਜੀ ਨੇ ਨਾਂ ਨਹੀਂ ਸੀ ਨਸਰ ਕੀਤਾ ਕਿ ਗੁਰੂ ਕੌਣ ਹੈ। ਇਸ਼ਾਰਾ ਕਰਤਾ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਿ ਭਾਈ ਗੁਰਬਖਸ਼ ਅਗਲਾ ਜਿਹੜਾ ਗੁਰੂ ਹੈ ਨਾ ਬਾਬਾ ਵਸੇ ਬਕਾਲੇ, ਬਾਣ ਗੁਰੂ ਸੰਗਤ ਸੰਭਾਲੇ। ਨਾਂ ਨਹੀਂ ਸੀ ਨਸਰ ਕੀਤਾ। ਇੱਥੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਪਰਚਾ ਪਾਇਆ ਵੀ ਸਿੱਖੋ ਗੁਰੂ ਤਾਂ ਗੁਪਤ ਰਹਿੰਦਾ ਹੈ, ਹੁਣ ਪ੍ਰਗਟ ਕਰਨਾ ਤੁਸੀਂ ਹੈ। ਉਹਨਾਂ ਨੇ ਕਿਹਾ ਨਹੀਂ ਪ੍ਰਗਟ ਹੋਣਾ, ਤੇ ਨਾਂ ਵੀ ਨਹੀਂ ਪ੍ਰਗਟ ਕੀਤਾ। ਤੇ ਸਾਧ ਸੰਗਤ ਜੀ ਗੁਰਿਆਈ ਮਿਲੀ ਤੇ ਸਤਿਗੁਰੂ ਜੀ ਤਕਰੀਬਨ 11 ਮਹੀਨੇ ਗੁਰਿਆਈ ਲੈਣ ਤੋਂ ਬਾਅਦ ਵੀ ਗੁਰੂ ਬਣ ਕੇ ਨਹੀਂ ਬੈਠਦੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਤਾਂ ਸਾਰੀਆਂ ਤਿਆਰੀਆਂ ਪਹਿਲਾਂ ਕੀਤੀਆਂ ਹੁੰਦੀਆਂ ਨੇ ਨਾ ਵੀ ਇਹ ਪਰਾਂ ਹਟੇ ਤੇ ਬੈਠੀਏ, ਪਰ ਧੀਰਜ ਹੈ ਗੁਰੂ ਨਾਨਕ ਦੀ ਗੱਦੀ ਤੇ ਬੈਠਣ ਵਾਲਿਆਂ ਦਾ ਕਿ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦਿਆਂ ਵੀ 11 ਮਹੀਨੇ ਨਹੀਂ ਗੁਰਤਾ ਗੱਦੀ ਤੇ ਬੈਠੇ।
ਸੋ ਨਿਹਾਲ। ਸਤਿ ਸ੍ਰੀ ਅਕਾਲ। ਪਰ ਇਹ ਚੇਤੇ ਰੱਖਿਓ, ਗੁਰੂ ਪ੍ਰਗਟ ਨਹੀਂ ਹੈ, ਪਰ ਕੰਮ ਕੋਈ ਕਿਸੇ ਸਿੱਖ ਦਾ ਨਹੀਂ ਰੁਕਿਆ। ਮੱਖਣ ਸ਼ਾਹ ਲਬਾਣੇ ਦਾ ਬੇੜਾ ਫੇਰ ਵੀ ਬੰਨੇ ਲੱਗਿਆ, ਚਾਹੇ ਗੁਰੂ ਪ੍ਰਗਟ ਨਹੀਂ ਸੀ। ਗੁਰੂ ਚਾਹੇ ਗੁਪਤ ਹੈ, ਚਾਹੇ ਗੁਰੂ ਪ੍ਰਗਟ ਹੈ, ਗੁਰੂ ਗੁਰੂ ਹੈ। ਤੇ ਜੇ ਸਿੱਖ ਦੀ ਭਾਵਨਾ ਤੇ ਕਾਰਜ ਸਾਰੇ ਹੁੰਦੇ ਰਹਿੰਦੇ ਨੇ। ਹੁਣ ਸਾਧ ਸੰਗਤ ਜੀ ਉਹ ਸਮਾਂ ਹੁਣ ਜਿਹਦੇ ਬਾਰੇ ਕਹਦੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਵਡਿਆਈ ਹੈ ਉਹ ਆਪਾਂ ਰੋਜ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਸਨਾ ਤੋਂ ਕਹਿ ਰਹੇ ਹਾਂ ਵੀ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ। ਹੁਣ ਇੱਥੇ ਖਿਆਲ ਰੱਖਣਾ ਵੀ ਨੌ ਨਿਧਾਂ ਜਿਹੜੀਆਂ ਨੇ ਨਾ, ਇੱਕ ਤਾਂ ਦੁਨਿਆਵੀ ਖਜ਼ਾਨੇ ਨੇ, ਦੁਨਿਆਵੀ ਖਜ਼ਾਨੇ, ਪਰ ਨੌ ਨਿਧ ਦਾ ਅਰਥ ਹੋਰ ਵੀ ਹੈ ਗੁਰਬਾਣੀ ਦੇ ਵਿੱਚ। ਇਹ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਸਾਡਾ ਬਾਹਰਲੇ ਖਜ਼ਾਨਿਆਂ ਨਾਲ ਸੰਬੰਧ ਹੈ ਤੇ ਅਸੀਂ ਤਾਂ ਬਾਹਰਲੇ ਖਜ਼ਾਨਿਆਂ ਦੀ ਗੱਲ ਕਰਦੇ ਹਾਂ ਵੀ ਉਹ ਆਪਣੇ ਆਪ ਆਉਂਦੇ ਨਹੀਂ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾਵੈ ਧਾਏ, ਕਹਿੰਦੇ ਪ੍ਰਮਾਤਮਾ ਦਾ ਨਾਮ ਤੇਰੇ ਵੱਲ ਆਪੇ ਭੱਜਿਆ ਆਊਗਾ। ਤੂੰ ਇੱਕ ਵਾਰੀ ਸਿਮਰਨ ਦਾ ਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਨਾਮ ਵੀ ਆਉਂਦਾ ਹੈ, ਪਰ ਅਸੀਂ ਨੌ ਦੁਨਿਆਵੀ ਖਜ਼ਾਨਿਆਂ ਬਾਰੇ ਜਾਣਦੇ ਹਾਂ, ਪਰ ਇਹ ਨਹੀਂ ਜਾਣਦੇ ਵੀ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਕਮ ਦੇਹੀ ਮੈਂ ਇਸ ਕਾ ਵਿਸਰਾਮ। ਹੁਣ ਅੱਗੇ ਗੱਲ ਕਰੀਏ ਆਪਣੇ ਭਾਵਨਾ ਦੀ। 1732 ਦੇ ਵਿੱਚ, ਬਿਕਰਮੀ ਸੰਮਤ 1732, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧਾਰਮਿਕ ਪ੍ਰਚਾਰ ਦੌਰ ਤੇ ਆਏ ਤਾਂ ਗੁਰੂ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਚਰਨ ਪਾਏ। ਉਦੋਂ ਪਟਿਆਲਾ ਨਹੀਂ ਸੀ ਵਸਿਆ, ਕਿਉਂਕਿ ਪਟਿਆਲੇ ਦੀ ਨੀਂਹ ਤਾਂ ਬਾਬਾ ਆਲਾ ਸਿੰਘ ਨੇ 1830 ਦੇ ਵਿੱਚ ਰੱਖੀ ਹੈ। ਬਿਕਰਮੀ ਸੰਮਤ 1732 ਦੇ ਵਿੱਚ ਪਟਿਆਲਾ ਨਹੀਂ ਸੀ ਹੈ, ਤੇ ਇਹ ਪਿੰਡ ਦਾ ਨਾਮ ਸੀ ਲਹਿਲ। ਹੁਣ ਵੀ ਲਹਿਲ ਹੈਗਾ, ਪਟਿਆਲੇ ਦੇ ਵਿੱਚ ਹੀ ਹੈ। ਬਡੂੰਗਰ ਪੁਰਾਣੀ ਬਸਤੀ, ਇਹਨਾਂ ਦਾ ਜ਼ਿਕਰ ਹੈ ਇਤਿਹਾਸ ਵਿੱਚ। ਤੇ ਇਸ ਥਾਂ ਦੇ ਉੱਤੇ ਸਤਿਗੁਰਾਂ ਜੀ ਨੇ ਚਰਨ ਪਾਏ। ਬੀਬੀ ਕਰਮੋ ਬਾਬਾ ਭਾਗਮਲ ਜੀ, ਉਹਨਾਂ ਨੇ ਆ ਕੇ ਸਤਿਗੁਰਾਂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਉਜਾੜ ਪਿਆ, ਲੰਘਦਿਆਂ ਵੜਦਿਆਂ ਡਰ ਲੱਗਦਾ। ਪਾਤਸ਼ਾਹ ਜੀ ਕਹਿੰਦੇ ਭਾਈ ਇੱਥੇ ਰੌਣਕ ਬੜੀ ਹੋਊਗੀ। ਜੇ ਅੱਜ ਕੋਈ ਪਟਿਆਲੇ ਦੇ ਵਿੱਚ ਬੈਠਿਆ ਨਾ ਤਾਂ ਉਹ ਚੇਤੇ ਰੱਖਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਕਰਕੇ ਬੈਠਿਆ। ਸਤਿ ਸ੍ਰੀ ਅਕਾਲ। ਕੀ ਆ ਜਾਓ ਸਿੱਖੋ, ਆਪਾਂ ਉਸ ਸਥਾਨ ਨੂੰ ਭਾਲੀਏ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਧਾਮ। ਮੱਘਰ ਸੁਦੀ ਪੰਚਮੀ ਨੂੰ ਸਤਿਗੁਰਾਂ ਜੀ ਦੀ ਸ਼ਹਾਦਤ ਹੋਈ, ਜਿਹਦੇ ਕਰਕੇ ਫਿਰ ਇੱਥੇ ਪੰਚਮੀ ਦਾ ਸਥਾਨ ਮਨਾਇਆ ਜਾਂਦਾ ਹੈ। ਸਤਿਗੁਰਾਂ ਜੀ ਦੀ ਸ਼ਹਾਦਤ ਨੂੰ ਯਾਦ ਰੱਖਣ ਦੇ ਲਈ ਵੀ ਸਿੱਖੋ ਭੁੱਲ ਨਾ ਜਾਇਓ, ਮਹੀਨੇ ਦੇ ਵਿੱਚ ਇੱਕ ਵਾਰ ਜ਼ਰੂਰ ਯਾਦ ਕਰ ਲਿਆ ਕਰੋ ਆ ਜਾ ਕੇ। ਫਿਰ ਜਿਸ ਥਾਂ ਤੇ ਸਤਿਗੁਰਾਂ ਨੇ ਇਸ਼ਨਾਨ ਕੀਤਾ ਅੱਜ ਸਰੋਵਰ ਬਣਿਆ ਹੋਇਆ ਹੈ। ਛੱਪੜੀਆਂ ਦੇ ਵਿੱਚ ਕਰਾਮਾਤ ਨਹੀਂ ਹੁੰਦੀ ਹੈ, ਪਾਣੀ ਇਹ ਨਹਿਰ ਚੋਂ ਆਉਂਦਾ ਹੈ। ਕੋਈ ਕਹਿੰਦਾ ਵੀ ਨਹਿਰ ਚੋਂ ਨਹਾ ਕੇ ਮੈਂ ਠੀਕ ਹੋ ਗਿਆ, ਉਹ ਕਹਿੰਦਾ ਜਿਹਨੇ ਭਾਵਨਾ ਦੇ ਨਾਲ ਇੱਥੇ ਇਸ਼ਨਾਨ ਕੀਤਾ ਵੀ ਮੇਰਾ ਸਤਿਗੁਰਾਂ ਜੀ ਦਾ ਇੱਥੇ ਇਸ਼ਨਾਨ ਕੀਤਾ ਹੋਇਆ ਹੈ ਕਿ ਮੈਂ ਇਸ਼ਨਾਨ ਕਰ ਰਿਹਾ। ਭਾਵਨਾ ਵਾਲਿਆਂ ਦੇ ਦੁੱਖ ਇੱਥੇ ਇਹ ਦੂਰ ਹੁੰਦੇ ਨੇ, ਨਾ ਕਿ ਨਹਿਰ ਦੇ ਪਾਣੀ ਨਾਲ ਦੂਰ ਹੁੰਦੇ ਨੇ। ਪਾਣੀ ਤੇ ਬਾਣੀ ਦੋਵਾਂ ਦਾ ਸੁਮੇਲ ਹੈ। ਪਟਿਆਲੇ ਵਿੱਚ ਇੱਕ ਪਰਿਵਾਰ, ਮੈਂ ਨਾਮ ਨਹੀਂ ਲਵਾਂਗਾ, ਉਹ ਕਹਿੰਦੇ ਜੀ ਸਾਡੇ 2 ਬੱਚੇ ਕਰਕੇ ਚੜ੍ਹਾਈ ਤੇ ਫਿਰ ਅਸੀਂ ਨਾ ਛੇਹਰਟਾ ਸਾਹਿਬ ਜਾਣਾ ਸ਼ੁਰੂ ਕਰਤਾ। ਤੇ ਜਦੋਂ ਦੂਸਰੀ ਵਾਰੀ ਗਏ ਮੱਸਿਆ ਪੂਰਨਮਾਸ਼ੀ ਨੂੰ, ਜਿੱਥੇ ਵੀ ਇਸ਼ਨਾਨ ਹੁੰਦਾ ਹੈ, ਉਹ ਫਿਰ ਬੀਬੀਆਂ ਦੀ ਇੰਟਰੋਡਕਸ਼ਨ ਹੋਈ ਆਪਸ ਦੇ ਵਿੱਚ ਖੜੀਆਂ ਦੀ ਲਾਈਨ 'ਚ। ਕਹਿੰਦੀ ਬੀਬਾ ਜੀ ਤੁਸੀਂ ਕਿੱਥੋਂ? ਕਹਿੰਦੀ ਅਸੀਂ ਪਟਿਆਲੇ ਤੋਂ। ਕਹਿੰਦੇ ਜੀ ਮੈਂ ਨਾਂ ਲਿਆ ਪਟਿਆਲੇ ਦਾ ਤੇ ਉਹਨੇ ਆਪਣਾ ਬੱਚਾ ਚੁੱਕ ਕੇ ਨਾ ਚੂਮਿਆ। ਮੈਂ ਵੇਂਦੀ ਰਹੀ। ਕਹਿੰਦੀ ਇਹ ਬੱਚਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਖਨਵਾਰ ਸਾਹਿਬ ਤੋਂ ਬਖਸ਼ਿਆ ਹੈਗਾ, ਜਿੱਥੇ ਆਖੋ ਸਤਨਾਮ ਹੈ ਸ੍ਰੀ। ਉਹ ਕਹਿੰਦੇ ਅਸੀਂ ਤਾਂ ਸੁੰਨ ਹੋ ਗਏ ਦੋਏ ਜੀ, ਭਲੇ ਤੁਸੀਂ 250-300 ਕਿਲੋਮੀਟਰ ਤੇ ਤੁਰੇ ਫਿਰਦੇ।
ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਬੈਠੇ ਆ ਤੇ ਆਪਾਂ ਉੱਥੇ। ਕਹਿੰਦੇ ਜੀ ਫਿਰ ਅਸੀਂ ਨਾ ਨੰਗੇ ਪੈਰੀ ਆਉਣਾ ਸ਼ੁਰੂ ਕਰਤਾ, ਘਰੋਂ ਸੇਵਾ ਕਰਨੀ। ਤੇ ਗੁਰੂ ਪਾਤਸ਼ਾਹ ਜੀ ਨੇ 2 ਭੁਜੰਗੀ ਬਖਸ਼ੀਆਂ ਤੇ 1 ਬੇਟੀ ਬਖਸ਼ੀ ਹੋਈ ਹੈ। ਗੁਰਮੁਖੋ ਭਾਵਨਾ ਬਣਾਓ, ਸਭ ਕੁਝ ਹੈ। ਫਿਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 1675 ਦੇ ਵਿੱਚ ਸ਼ਹੀਦੀ ਦੇਣ ਗਏ। ਫਿਰ ਉਸ ਵਕਤ ਸਤਿਗੁਰਾਂ ਜੀ ਨੇ ਚਰਨ ਪਾਏ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਸਵਾਏਮਾਨ ਹੈ, ਜਾਂਦਿਆਂ ਹੋਇਆਂ ਸ਼ਹੀਦੀ ਮਾਰਗ। ਸੋ ਇਹ 2 ਵਾਰੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਥੇ ਆਏ ਨੇ। ਤੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋਂ ਵੱਡੋ ਕਲੂ ਮੈਂ ਸਾਕਾ। ਹੁਣ ਇਹ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿਤਾ, ਇਸ ਤੋਂ ਬਾਅਦ ਹੋਰ ਕੁਝ ਨਹੀਂ ਹੈ। ਹੁਣ ਇੱਕ ਮੈਂ ਬੇਨਤੀ ਕਰਾਂ ਵੀ ਥੋੜਾ ਜਿਹਾ ਚਾਅ ਤੇ ਉਤਸ਼ਾਹ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਿਹੜਾ ਚਾਅ ਹੈ ਨਾ ਉਹ ਹਮੇਸ਼ਾ ਬਣਿਆ ਰਹਿੰਦਾ ਹੈ, ਪਰ ਉਤਸ਼ਾਹ ਦੇ ਵਿੱਚ ਕਮੀ ਆ ਜਾਂਦੀ। ਜਿਵੇਂ ਅਸੀਂ ਕਹਿੰਦੇ ਵਾ ਜੀ ਕਰੋਨੀ ਕਰਕੇ ਸਾਡੇ ਉਤਸ਼ਾਹ 'ਚ ਕਮੀ ਆ ਗਈ। ਇਸ ਕਰਕੇ ਚਾਅ ਬਣਾ ਕੇ ਰੱਖੋ। ਉਤਸ਼ਾਹ ਦਾ ਸੰਬੰਧ ਦੂਸਰੇ ਨਾਲ ਹੈ, ਚਾਉ ਦਾ ਨਾਲ ਆਪਣੇ ਨਾਲ ਹੈ। ਮਨ ਚਾਉ ਭਿਆ ਪ੍ਰਭ ਆਗਮ ਸੁਣਿਆ। ਹਰ ਵਕਤ ਚਾਉ ਅੰਦਰ ਬਣਿਆ ਰਹਿਣਾ ਚਾਹੀਦਾ ਆਪਣੇ ਮਾਲਕ ਦਾ। ਇਹ ਦਿਨਾਂ ਤਿੱਥਾਂ ਤਿਉਹਾਰਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਨਾਨਕ ਭਗਤਾਂ ਸਦਾ ਵਿਕਾਸ ਸੁਣਿਆ, ਦੁਖ ਪਾਪ ਕਾ ਨਾਸ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸਮਾਨ। ਆਓ ਆ ਸਮੇਂ ਤੋਂ ਆਪਾਂ ਮੁਕਤ ਹੋਈਏ ਤੇ ਆਪਣੇ ਗੁਰੂ ਨੂੰ ਸਦਾ ਹੀ ਅੰਗ ਸੰਗ ਸਮਝੀਏ। ਭਾਈ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ। ਜਿੱਥੇ ਮਰਜੀ ਯਾਦ ਕਰ ਲੋ, ਸਤਿਗੁਰੂ ਜੀ ਸਾਡੇ ਸਹਾਇਕ ਹਨ। ਜਿਨ੍ਹਾਂ ਨੇ ਆਨੰਦ ਮਾਣਿਆ ਉਹ ਭਾਈ ਜਾਣਦੇ ਹਨ ਕਿ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੁਰ ਕੇ ਬਖਸ਼ਿਸ਼ਾਂ ਕਰਦੇ ਨੇ। ਆਓ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆ ਹੋਈਆਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਅਰਦਾਸ ਕਰਨੀ ਸਭ ਨੇ ਸ਼ਤਾਬਦੀ ਮਦਾਰਿਓ ਪੰਥ ਦੀ ਚੜ੍ਹਦੀ ਕਲਾ ਦੇ ਲਈ। ਜਦੋਂ ਪੰਥ ਦੀ ਚੜ੍ਹਦੀ ਕਲਾ, ਆਪਣੀ ਚੜ੍ਹਦੀ ਕਲਾ ਆਪੇ ਹੋ ਜਾਊਗੀ। ਗੱਜ ਕੇ ਆਖੋ ਸਤਨਾਮ ਸ੍ਰੀ। ਹਮੇਸ਼ਾ ਪੰਥ ਦੀ ਚੜ੍ਹਦੀ ਦੀ ਗੱਲ ਕਰਨੀ ਤੇ ਆਪਣੀ ਚੜ੍ਹਦੀ ਕਲਾ ਆਪਣੇ ਆਪ ਹੀ ਰਹੇਗੀ। ਪਰ ਜਦੋਂ ਗੁਰਮੁਖ ਆਪਾਂ ਪੰਥ ਦੇ ਨਾਲ ਟੁੱਟ ਗਏ ਫਿਰ ਆਪਾਂ ਕੁਝ ਵੀ ਨਹੀਂ ਰਹਿੰਦੇ ਹਾਂ। ਪੰਥੀ ਉਹੀ ਹੈ ਜਿਹੜਾ ਪੰਥ ਦੇ ਨਾਲ ਜੁੜਿਆ ਹੋਇਆ ਹੈ। ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਆਪਣੀ ਆਪਣੇ ਆਪ ਹੀ ਹੋ ਜਾਏਗੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਚੂਤਾ ਹੈ ਅਬਨਾਸੀ हे पूरन हे सर्व मैं दुख ਪੰਜਨ ਗੁਣ ਤਾਸ। हे संगी हे निरंकार हे निर्गुण सब ਟੇਕ हे गोविंद हे गुण निधान जाके सदा ਬਵੇਕ। हे अपरंपर हर हरे हाय भी होवन। हे संत के सदा संग निधाराया। हे ठाकर हाँ दासरो मैं निर्गुण गुण नहीं ਕੋਏ। नानक दीजै नाम दान राखो हिय। आए प्रभ शरणागति कृपा निध ਦਿਆਲ। एक अखर हर मन वस्त नानक होत ਨਿਆਲ। वाहिगुरु नाम जहाज है ਚੜੇ ਸੋਤਰੇ ਪਾਰ। जो शरदा कर सेवंदे ਗੁਰ ਪਾਰੇ ਉਤਾਰਨ ਆਰ। वाहिगुरु नाम जहाज है ਚੜੇ ਸੋਤਰੇ ਪਾਰ। जो शरदा कर सेवंदे ਗੁਰ ਪਾਰੇ ਉਤਾਰਨ ਆਰ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਗੁਰੂ ਸਤਿਗੁਰਾਂ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧਿਤ ਨਾਲ ਜੋ ਸਮਾਗਮ ਨੇ ਉਹ ਭਾਈ ਕੱਲ ਤੋਂ ਗੁਰਦੁਆਰਾ ਮੋਤੀਵਾਲ ਸਾਹਿਬ ਵਿਖੇ ਜਾਰੀ ਨੇ, ਅੱਜ ਵੀ ਜਾਰੀ ਹਨ ਤਕਰੀਬਨ ਰਾਤ ਦੇ 10 ਵਜੇ ਤੱਕ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਉਸ ਸਥਾਨ ਤੇ ਵੀ ਹਾਜ਼ਰੀ ਲਵਾਉਣੀ ਹੈ। ਗੁਰੂ ਦਾ ਹਾਰ ਜਸ ਸੁਣ ਕੇ ਜੀਵਨ ਨੂੰ ਸਫਲਾ ਕਰਨਾ ਜੀ। ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।